ਵਾਹਿਗੁਰੂ 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 ਵਾਹਿਗੁਰੂ। ਧੰਨ ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਿਵਾਜ ਗੁਰ ਨਾਨਕ ਪਗ ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰਾਂ ਅੰਗਦ ਦੁਖ ਨਿਕੰਦਨ ਅਮਰਦਾਸ ਹਿਰਦੈ ਨਿਤ ਧਿਆਵਾ ਹਿਰਦੈ ਨਿਤ ਧਿਆਵਾ। ਸ੍ਰੀ ਗੁਰੂ ਰਾਮਦਾਸ ਗੁਣ ਗਾਵਾ ਗੁਰ ਅਰਜੁਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ਬ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮੁਨਾਵੰਦ ਬਹੋਰੀ। ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਾਰ ਪੁਨ ਪੁਨ ਸੀਸਾ ਵਾਹਿਗੁਰੂ ਪੁਨ ਪੁਨ ਸੀਸਾ। ਬੰਦਾ ਬਾਰ ਬਾਰ ਜਗਦੀਸਾ। ਯਾ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵਿਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਧਾਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਹੋਇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸ੍ਰੀ ਅਰਜਨ ਇਸ ਭਾਂਤ ਸਿੱਖ ਕਰੇ ਦਇਓ ਉਪਦੇਸ਼। ਸਿਮਰਤ ਹੈ ਸਤਨਾਮ ਕੋ ਮੇਟਤ ਸਗਲ ਕਲੇਸ਼। ਸ੍ਰੀ ਅਰਜਨ ਇਸ ਭਾਂਤ ਸਿੱਖ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ। ਕੋਟ ਬ੍ਰਹਮੰਡਾਂ ਦੇ ਮਾਲਕ ਸਾਹਿਬੇ ਕਮਾਲ ਸ਼ਬਦ ਗੁਰਪੀਰਾ ਗਹਿਰ ਗੰਭੀਰਾ। ਬਿਨ ਸ਼ਬਦ ਜਗ ਬਹੁਰਨ। ਬਾਣੀ ਗੁਰੂ ਸ਼ਬਦ ਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ
ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਬਾਇਮਾਨ ਪਰਮ ਸਨਮਾਨ ਯੋਗ ਸਤਿਗੁਰਾਂ ਦੀ ਬਹੁਤ ਹੀ ਪਿਆਰ ਵਾਲੀ ਸ਼ਰਧਾ ਵਾਲੀ ਸਾਧ ਸੰਗਤ ਜੀਓ, ਧੰਨ ਭਾਗ ਹਨ ਅਸਾਂ ਸਾਰਿਆਂ ਦੇ ਜਿਨ੍ਹਾਂ ਨੂੰ ਸੰਧਿਆ ਵੇਲੇ ਦੇ ਦੀਵਾਨਾਂ ਦੇ ਅੰਦਰ ਸਤਿਗੁਰ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ, ਸਤਸੰਗ ਕਰਨ ਦਾ ਮਾਲਕ ਨੇ ਮਿਹਰ ਕਰਕੇ ਇਹ ਅਵਸਰ ਪ੍ਰਦਾਨ ਕੀਤਾ। ਹਜ਼ੂਰ ਦੀ ਹਜ਼ੂਰੀ ਵਿੱਚ ਬੈਠ ਕੇ ਆਪ ਜੀ ਨੇ ਬੜੇ ਪਿਆਰ ਦੇ ਨਾਲ ਅੰਮ੍ਰਿਤ ਬਾਣੀ ਦੇ ਅੰਮ੍ਰਿਤਮਈ ਕੀਰਤਨ ਗੁਰੂ ਸਵਾਰਿਆਂ ਤੋਂ ਸਰਵਣ ਕਰਕੇ ਆਨੰਦ ਮਾਣਿਆ ਹੈ। ਉਪਰੰਤ ਇਸ ਪਵਿੱਤਰ ਸਥਾਨ ਤੇ ਸਤਿਗੁਰੂ ਜੀ ਜੋ ਆਪਣੀ ਮਿਹਰਮਤ ਕਰਕੇ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਕਰਵਾਉਂਦੇ ਨੇ, ਉਸ ਅਨੁਸਾਰ ਆਪ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦੀ ਸਿਫਤ ਵਿੱਚ ਭੱਟ ਇੰਨੀ ਗੱਲ ਲਿਖਦੇ ਨੇ ਕਿ ਧਰਨ ਗਗਨ ਨਭ ਖੰਡ ਮਹਿ ਜੋਤ ਸਵਰੂਪੀ ਰਹਿਓ ਭਰ, ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ। ਪ੍ਰਤੱਖ ਹਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਚੱਲ ਰਹੀ ਹੈ। ਕੱਲ ਦੇ ਦੀਵਾਨ ਅੰਦਰ ਆਪ ਜੀ ਨੇ ਗੁਰੂ ਸਵਾਰਿਆਂ ਤੋਂ ਸਰਵਣ ਕੀਤਾ ਕਿ ਕਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਭਾਈ ਬਿਹੋੜਾ ਜੀ ਉਹਨਾਂ ਦਾ ਜੀਵਨ ਬਦਲਿਆ, ਰੱਬ ਵਾਲੇ ਪਾਸੇ ਲਾਇਆ। ਉਸ ਨੇ ਉਪਦੇਸ਼ ਮੰਗਿਆ, ਮਹਾਰਾਜ ਮੇਰੇ ਲਈ ਹੁਕਮ। ਸਤਿਗੁਰ ਕਹਿੰਦੇ ਨੇ ਜੇ ਆਪਣਾ ਕਲਿਆਣ ਚਾਹੁੰਦਾ ਹੈ, ਜੇ ਲੋਕ ਪਰਲੋਕ ਸਵਾਰਨਾ ਚਾਹੁੰਦਾ ਹੈ ਤੇ ਧਰਮ ਦੀ ਕਿਰਤ ਕਰ, ਆਪਣੇ ਘਰੇ ਆਏ ਗਏ ਦੀ ਸੇਵਾ ਕਰ, ਲੋੜਵੰਦਾਂ ਨੂੰ ਲੋੜਾਂ ਪੂਰੀਆਂ ਕਰ। ਅਗਰ ਕੋਈ ਭੁੱਖਾ ਹੈ ਤੇ ਪ੍ਰਸ਼ਾਦਾ ਛਕਾ ਦਈ, ਤਨ ਤੇ ਕੱਪੜਾ ਨਹੀਂ ਬਸਤਰ ਲੈ ਦਈ। ਕਿਸੇ ਨੂੰ ਕਿਸੇ ਵੀ ਵਸਤੂ ਦੀ ਲੋੜ ਹੈ, ਜਿੰਨੀ ਕੋ ਤੇਰੀ ਵਿੱਤ ਹੈ ਮਿੱਤ ਮੁਤਾਬਕ ਤੂੰ ਉਹਦੀ ਸੇਵਾ ਕਰਨੀ ਹੈ। ਮਾਲਕ ਭਲਾ ਕਰੇਗਾ, ਤੇਰਾ ਭਲਾ ਹੋ ਜਾਏਗਾ, ਕਲਿਆਣ ਹੋ ਜਾਏਗਾ। ਇਸੇ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਿਆਰੇ ਸਿੱਖਾਂ ਨੂੰ ਉਪਦੇਸ਼ ਦਿੰਦੇ ਨੇ, ਪਰਮੇਸ਼ਵਰ ਦੇ ਚਰਨਾਂ ਦੇ ਨਾਲ ਜੋੜ ਕੇ ਸਤਿਗੁਰੂ ਜੀ ਸਾਰੀ ਮਾਨਵਤਾ ਦਾ ਮਨੁੱਖਤਾ ਦਾ ਭਲਾ ਕਰਦੇ ਨੇ। ਅੱਗੇ ਗੁਰੂ ਅਰਜਨ ਦੇਵ ਮਹਾਰਾਜ ਜੋ ਮਿਹਰਮਤਾਂ ਕਰਦੇ ਨੇ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਬੜੇ ਪਿਆਰ ਭਾਵਨਾ ਦੇ ਨਾਲ ਆਪਣੀ ਕਲਮ ਦੇ ਦੁਆਰਾ ਇਸ ਤਰ੍ਹਾਂ ਤਰਜ਼ੇ ਬਿਆਨ ਕਰਦੇ ਹਨ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਅਰਜਨ ਐਸ ਭਾਂਤ ਸਿੱਖ ਕਰੇ ਦਇਓ ਉਪਦੇਸ਼, ਸਿਮਰਤ ਹੈ ਸਤਨਾਮ ਕੋ ਮੇਟਤ ਸਗਲ ਕਲੇਸ਼। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਿੱਖਾਂ ਨੂੰ ਇਸ ਤਰ੍ਹਾਂ ਉਪਦੇਸ਼ ਦਿੰਦੇ ਨੇ। ਮੇਰੇ ਸਾਹਿਬ ਜੀ ਸਿੱਖਿਆ ਦੇ ਕੇ ਨਿਹਾਲ ਕਰਦੇ ਪਏ ਨੇ ਤੇ ਉਪਦੇਸ਼ ਦਿੰਦੇ ਨੇ ਕਿ ਪੜਿਓ ਸਤਨਾਮ ਵਾਹਿਗੁਰੂ ਦਾ ਜਾਪ ਕਰੋ, ਸਿਮਰਨ ਕਰੋ, ਤੁਹਾਡੇ ਜਗਤ ਵਾਲੇ ਕਲੇਸ਼ ਕੱਟੇ ਜਾਣਗੇ। ਗੁਰੂ ਅਰਜਨ ਦੇਵ ਮਹਾਰਾਜ ਜੋ ਆਪ ਕਮਾਉਂਦੇ ਨੇ ਉਹੀ ਸਿੱਖਾਂ ਨੂੰ ਕਹਿੰਦੇ ਨੇ। ਮਹਾਰਾਜ ਕਹਿੰਦੇ ਮੈਂ ਸਿਮਰਦਾ ਹਾਂ, ਮੈਨੂੰ ਸੁੱਖ ਮਿਲਿਆ, ਮੇਰੇ ਕਲੇਸ਼ ਮਿਟੇ ਨੇ। ਜੇ ਤੁਸੀਂ ਵੀ ਸਿਮਰੋਗੇ ਸੁੱਖ ਮਿਲੇਗਾ, ਤੁਹਾਡੀ ਵੀ ਕਲੇਸ਼ ਮਿਟ ਜਾਣਗੇ। ਸੁਖਮਨੀ ਸਾਹਿਬ ਜੀ ਦੇ ਆਰੰਭ ਵਿੱਚ ਮੇਰੇ ਦਾਤਾ ਜੀ ਨੇ ਕਿਰਪਾ ਕੀਤੀ ਕਿ ਸਿਮਰਾਉ ਸਿਮਰ ਸਿਮਰ ਸੁਖ ਪਾਵਉ, ਕਾਲ ਕਲੇਸ਼ ਤਨ ਮਾਹੇ ਮਿਟਾਵ। ਸਾਹਿਬ ਕਹਿੰਦੇ ਜੇ ਮੇਰੇ ਮਿਟੇ ਤੁਹਾਡੇ ਮਿਟ ਜਾਣਗੇ। ਸਤਿਗੁਰੂ ਜੀ ਇਹ ਉਪਦੇਸ਼ ਸਾਰਿਆਂ ਨੂੰ ਦਿੰਦੇ ਨੇ ਜੋ ਗੁਰੂ ਚਰਨਾਂ ਵਿੱਚ ਆਉਂਦਾ ਹੈ, ਜੋ ਬੇਨਤੀ ਕਰਦਾ ਹੈ ਮਹਾਰਾਜ ਕਰੋ ਕਿਰਪਾ,
ਵੀ ਉਪਦੇਸ਼ ਦਿਓ। ਸਤਿਗੁਰੂ ਜੀ ਇਹ ਉਪਦੇਸ਼ ਦੇ ਕੇ ਸਤ ਨਾਮ ਵਾਲੇ ਪਾਸੇ ਲਗਾ ਕੇ, ਜਪਣ ਵਾਲੇ ਪਾਸੇ ਲਗਾ ਕੇ ਉਹਨਾਂ ਦੇ ਕਲੇਸ਼ ਮਿਟਾ ਦਿੰਦੇ ਹਨ ਜੀ। ਸੁਣ ਸੁਣ ਸ਼੍ਰੀ ਅਰਜਨ ਕੀ ਕੀਰਤ, ਨਿਤ ਪ੍ਰਤ ਹੋਤ ਅਦਕ ਬਿਸਤੀਰਤ। ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਦੀ ਕੀਰਤੀ, ਸਤਿਗੁਰਾਂ ਦਾ ਜਸ ਦੂਰ ਦੂਰ ਤੱਕ ਫੈਲਦਾ ਜਾ ਰਿਹਾ। ਇੱਕ ਸਿੱਖ ਤੇ ਕਿਰਪਾ ਹੁੰਦੀ ਹੈ, ਉਹ ਫਿਰ ਜਿੱਥੇ ਜਿੱਥੇ ਜਾਂਦਾ ਗੁਰ ਅਰਜੁਨ ਦੇਵ ਮਹਾਰਾਜ ਦੇ ਗੁਣ ਗਾਉਂਦਾ, ਮਹਿਮਾ ਗਾਉਂਦਾ ਕਿ ਆਹ ਦਾਤ ਮੈਨੂੰ ਉੱਥੋਂ ਮਿਲੀ ਹੈ। ਇਹ ਕਿਰਪਾ ਗੁਰ ਅਰਜੁਨ ਦੇਵ ਮਹਾਰਾਜ ਜੀ ਦੀ ਹੋਈ ਹੈ। ਸਤਿਗੁਰੂ ਜੀ ਦੀ ਕੀਰਤੀ ਸੁਣ ਸੁਣ ਕੇ ਤੇ ਕਈਆਂ ਦੇ ਮਨ ਅੰਦਰ ਹੋਰ ਚਾਉ ਪੈਦਾ ਹੁੰਦਾ ਕਿ ਅਸੀਂ ਵੀ ਜਾਈਏ, ਗੁਰੂ ਜੀ ਦੇ ਦੀਦਾਰ ਪਾਈਏ, ਸਤਿਗੁਰੂ ਜੀ ਦੇ ਬਚਨ ਸੁਣੀਏ। ਕਿਉਂਕਿ ਵੇਖੋ, ਜਦੋਂ ਕੋਈ ਮਹਿਮਾ ਸੁਣਾਂਗੇ ਤੇ ਮਨ ਅੰਦਰ ਭਾਵਨਾ ਤੇ ਬਣਦੀ ਹੈ ਨਾ। ਸਾਹਿਬ ਨੇ ਬਾਣੀ 'ਚ ਵੀ ਕਿਰਪਾ ਕੀਤੀ ਕਿ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ, ਪ੍ਰਭ ਵੇਖਣ ਕਾ ਚਾਉ। ਜੋ ਗੁਰ ਅਰਜੁਨ ਦੇਵ ਮਹਾਰਾਜ ਜੀ ਦੀ ਕੰਨਾਂ ਨਾਲ ਵਡਿਆਈ ਸੁਣਦਾ ਹੈ, ਸਤਿਗੁਰ ਦੀਆਂ ਸਿਫਤਾਂ ਸੁਣਦਾ ਹੈ, ਮਨ ਅੰਦਰ ਚਾਉ ਪੈਦਾ ਹੁੰਦਾ ਕਿ ਜਾ ਕੇ ਸਤਿਗੁਰਾਂ ਦੇ ਦੀਦਾਰ ਵੀ ਕਰਾਂ। ਇਸ ਤਰ੍ਹਾਂ ਨਿਤ ਪ੍ਰਤੀ ਦਿਨ ਸਿੱਖੀ ਬਹੁਤ ਪਸਰ ਰਹੀ ਹੈ, ਸਿੱਖੀ ਫੈਲ ਰਹੀ ਹੈ ਜੀ। ਸ਼੍ਰੀ ਗੁਰ ਅਮਰਦਾਸ ਕੇ ਆਗੇ, ਭਏ ਜੋ ਸਿੱਖ ਮਹਾ ਬੜ ਭਾਗੇ। ਧੰਨ ਗੁਰ ਅਮਰਦਾਸ ਮਹਾਰਾਜ ਜੀ ਦੇ ਸਮੇਂ ਦੇ ਸਿੱਖ ਜਿਹੜੇ ਵੱਡੇ ਭਾਗਾਂ ਵਾਲੇ, ਜਿਨ੍ਹਾਂ ਨੇ ਗੁਰ ਅਮਰਦਾਸ ਮਹਾਰਾਜ ਜੀ ਦੀ ਗੋਦ ਦਾ ਨਿੱਘ ਮਾਣਿਆ, ਜਿਨ੍ਹਾਂ ਨੇ ਧੰਨ ਗੁਰ ਅਮਰਦਾਸ ਮਹਾਰਾਜ ਜੀ ਦੇ ਵੇਲੇ ਸੇਵਾ ਕਮਾਈ, ਸਤਿਗੁਰੂ ਜੀ ਤੋਂ ਉਪਦੇਸ਼ ਗ੍ਰਹਿਣ ਕਰਕੇ ਗੁਰ ਅਮਰਦਾਸ ਮਹਾਰਾਜ ਜੀ ਦੇ ਜਿਹੜੇ ਵੱਡੇ ਭਾਗਾਂ ਵਾਲੇ ਸਿੱਖ ਹੋਏ, ਜਿਹੜੇ ਹੁਣ ਵੀ ਹਯਾਤੀ ਵਿੱਚ ਨੇ, ਜਿਹੜੇ ਅਜੇ ਜੀਵਨ ਭੋਗ ਰਹੇ ਨੇ ਸਤਿਗੁਰੂ ਦੀ ਕਿਰਪਾ ਨਾਲ, ਜਦੋਂ ਉਹ ਵੀ ਗੁਰ ਅਰਜੁਨ ਦੇਵ ਮਹਾਰਾਜ ਜੀ ਦੀ ਮਹਿਮਾ ਸੁਣਦੇ ਹਨ ਜੀ। ਔਰ ਸ਼੍ਰੀ ਰਾਮਦਾਸ ਤੇ ਕੇ ਪਾਏ ਸਮਤ ਹੋਏ ਸਿੱਖ ਜੀ। ਤੇ ਕਈ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਚਰਨਾਂ ਵਿੱਚ ਆਏ, ਸਤਿਗੁਰਾਂ ਤੋਂ ਸਿੱਖੀ ਦੀ ਦਾਤ ਲਈ। ਗੁਰੂ ਰਾਮਦਾਸ ਮਹਾਰਾਜ ਜੀ ਦੀ ਨਦਰੇ ਅਨਾਇਤ ਪ੍ਰਾਪਤ ਕਰਕੇ ਨਿਹਾਲ ਹੋਏ, ਸਤਿਗੁਰਾਂ ਤੋਂ ਉਪਦੇਸ਼ ਲਿਆ। ਬੜੇ ਸਿਆਣੇ, ਬੜੇ ਸਮੱਤ, ਬੜੇ ਸੂਝਵਾਨ ਜਿਹੜੇ ਗੁਰੂ ਕੇ ਸਿੱਖ ਅਜੇ ਹਯਾਤੀ ਵਿੱਚ ਹਨ ਜੀ। ਸ਼੍ਰੀ ਅੰਮ੍ਰਿਤ ਸਰ ਕੀ ਸੁਣਕਾਰ, ਜਿਹ ਸੇਵੇ ਫਲ ਪਾਏ ਉਦਾਰ। ਹੁਣ ਇਹ ਹੋਰ ਸਮਝ ਚੰਗੀ ਤਰ੍ਹਾਂ ਪੈ ਜਾਏਗੀ। ਭਾਵ ਇਹ ਹੈ ਕਿ ਧੰਨ ਗੁਰ ਅਮਰਦਾਸ ਮਹਾਰਾਜ ਜੀ ਵੇਲੇ ਦੇ ਸਿੱਖ ਜਿਹੜੇ ਸਿੱਖੀ ਗ੍ਰਹਿਣ ਕਰਕੇ ਤੇ ਦੂਰ ਦੂਰ ਆਪਣੇ ਇਲਾਕਿਆਂ, ਆਪਣੇ ਦੇਸ਼ਾਂ ਵਿੱਚ ਚਲੇ ਗਏ ਸਨ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੇਂ ਦੇ ਸਿੱਖ, ਉਹ ਵੀ ਜਿਨ੍ਹਾਂ ਨੇ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਤੇ ਆਪੋ ਆਪਣੇ ਇਲਾਕਿਆਂ ਵਿੱਚ ਚਲੇ ਗਏ। ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਗੁਰ ਅਰਜੁਨ ਦੇਵ ਮਹਾਰਾਜ ਇਹ ਜੋ ਤਾਲ ਹੈ, ਤਾਲ ਪੱਕਾ ਕਰਵਾ ਰਹੇ ਨੇ, ਸ੍ਰੀ ਅੰਮ੍ਰਿਤਸਰ ਸਾਹਿਬ ਇਹ ਸੇਵਾ ਚੱਲ ਰਹੀ ਹੈ, ਸਤਿਗੁਰੂ ਜੀ ਨੇ ਸੇਵਾ ਪ੍ਰਾਰੰਭ ਕਰਵਾਈ ਹੈ, ਸ੍ਰੀ ਅੰਮ੍ਰਿਤਸਰ ਕੀ ਸੁਨਕਾਰ। ਜਦੋਂ ਸੁਣਿਆ ਵੀ ਇਹ ਕਾਰ ਸੇਵਾ ਉੱਥੇ ਆਰੰਭ ਹੋ ਰਹੀ ਹੈ, ਵੀ ਜਿਹ ਸੇਵੇ ਪਲ ਪਾਏ ਉਦਾਰ, ਤੇ ਇਹ ਵੀ ਭਾਵਨਾ ਹੈ ਕਿ ਜੇ ਸੇਵਾ ਕਰਾਂਗੇ ਤੇ ਫਿਰ ਸੇਵਾ ਦਾ ਮੇਵਾ ਬਹੁਤ ਮਿਲਣਾ, ਫਲ ਬਹੁਤ ਪ੍ਰਾਪਤ ਹੋਣਾ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰ ਅਰਜੁਨ ਦੇਵ ਮਹਾਰਾਜ ਉਹਨਾਂ ਨੇ ਸੇਵਾ ਦਾ ਸੁਣਿਆ ਕਿ ਕੁੰਭ ਲਗਾਇਆ। ਆਪਾਂ ਵੀ ਜਾਈਏ ਸੇਵਾ ਦੇ ਕੁੰਭ ਵਿੱਚ ਜਾ ਕੇ ਟੁੱਬੀਆਂ ਲਗਾਈਏ ਜੀ। ਸੋ ਸਭ ਆਵਤ ਘਰ ਕੋ ਤਿਆਗੇ, ਖਨੇ ਮ੍ਰਿਤ ਕਾ ਸੇਵਾ ਲਾਗੇ। ਹੁਣ ਪਿਆਰਿਓ ਉਹ ਵੀ ਆਪੋ ਆਪਣੇ ਸ਼ਹਿਰਾਂ ਤੋਂ, ਨਗਰਾਂ ਤੋਂ, ਇਲਾਕਿਆਂ ਤੋਂ ਚੱਲ ਚੱਲ ਕੇ ਆ ਰਹੇ ਨੇ। ਸੇਵਾ ਦੀ ਭਾਵਨਾ ਦੇ ਨਾਲ ਜਾ ਕੇ ਸੇਵਾ ਕਰਾਂਗੇ, ਤਨ ਸਵਰ ਜਾਏਗਾ। ਸੇਵਾ ਕਰਾਂਗੇ, ਗੁਰੂ ਦੀਆਂ ਖੁਸ਼ੀਆਂ ਮਿਲਣਗੀਆਂ। ਸੇਵਾ ਕਰਾਂਗੇ, ਇਹ ਜਨਮ ਸਫਲ ਹੋ ਜਾਏਗਾ, ਇਹ ਜੀਵਨ ਲੇਖੇ ਲੱਗ ਜਾਏਗਾ। ਇਸ ਭਾਵਨਾ ਦੇ ਨਾਲ ਕਿਉਂ ਉਹਨਾਂ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਸੁਣੇ ਨੇ ਕਿ ਵਿਣ ਸੇਵਾ ਧ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ। ਉਹਨਾਂ ਨੂੰ ਪਤਾ ਹੈ ਕਿ ਜਿੰਨੇ ਮਰਜੀ ਦੁਨੀਆ ਦੇ ਕੰਮ ਕਰ ਲਈਏ, ਕਾਰ ਕਰ ਲਈਏ, ਧੰਦੇ ਕਰ ਲਈਏ, ਜੇ ਸੇਵਾ ਨਾ ਕੀਤੀ ਤੇ ਹੱਥ ਪੈਰ ਸਫਲੇ ਨਹੀਂ ਹੋਣੇ।
ਇਸ ਕਰਕੇ ਜਦੋਂ ਪਤਾ ਚੱਲਿਆ ਕਿ ਉੱਥੇ ਕਾਰ ਹੋ ਰਹੀ ਹੈ, ਸੇਵਾ ਆਰੰਭ ਹੋ ਰਹੀ ਹੈ, ਸੋ ਸਭ ਆਵਤ ਘਰ ਕੋ ਤਿਆਗੇ, ਆਪੋ ਆਪਣੇ ਘਰਾਂ ਨੂੰ ਤਿਆਗ ਕੇ ਭਾਵੇਂ ਆਪੋ ਆਪਣੇ ਘਰਾਂ ਦੇ ਰੰਝੇਵਿਆਂ ਨੂੰ, ਆਪੋ ਆਪਣੇ ਘਰਾਂ ਦੇ ਕੰਮਾਂ ਨੂੰ ਸੰਕੋਚ ਕੇ ਸਾਰੇ ਸ੍ਰੀ ਅੰਮ੍ਰਿਤਸਰ ਪਹੁੰਚਦੇ ਨੇ। ਤੇ ਇੱਥੇ ਆਣ ਕੇ ਖਾਣੇ ਮਿਰਤਕਾ, ਮਿਰਤਕਾ ਤੁਮਰਾ ਜਿੱਥੇ ਮਰਨਾ ਨਹੀਂ, ਮਿਰਤਕ ਮੌਤ ਨਹੀਂ ਕਿ ਫਲਾਣੇ ਦੀ ਮੌਤ ਹੋ ਗਈ ਮਿਰਤਕ ਹੋ ਗਿਆ। ਇੱਥੇ ਮਿਰਤਕ ਦਾ ਅਰਥ ਕਿ ਮਿੱਟੀ ਪਿਆਰਿਓ ਖੁਦਾਈ ਹੋ ਰਹੀ ਹੈ। ਇਸ ਕਰਕੇ ਇੱਥੇ ਆਣ ਕੇ ਉਹ ਖਾਨੇ ਮਿਰਤਕਾ ਮਿੱਟੀ ਪੁੱਟਦੇ ਨੇ, ਮਿੱਟੀ ਦੀ ਖੁਦਾਈ ਕਰਦੇ ਹਨ ਜੀ। ਕੇਤਕ ਕਰਹਿ ਪਜਾਮਨ ਕਾਰ, ਮਾਟੀ ਚੀਕਨ ਲਹਿ ਸੁਧਾਰ। ਪਜਾਮਣ ਦੇ ਅਰਥ ਨੇ ਕਿ ਇੱਟਾਂ ਦੇ ਆਵੇ ਤਿਆਰ ਕਰਨੇ। ਪਜਾਵਨ ਜੇ ਪੱਠੇ ਲੱਗੇ ਨੇ ਤੇ ਪੱਠੇ ਦੇ ਆਵੇ ਦੇ ਵਿੱਚ ਫਿਰ ਪਹਿਲਾਂ ਆਪਾਂ ਜਾਣਦੇ ਹੀ ਆ ਕਿ ਪਹਿਲਾਂ ਕੱਚੀਆਂ ਮਿੱਟੀ ਗੁੰਨ ਕੇ ਇੱਟਾਂ ਤਿਆਰ ਕੀਤੀਆਂ ਜਾਂਦੀਆਂ, ਸੰਚੇ ਚ ਪਾ ਕੱਚੀਆਂ ਇੱਟਾਂ, ਫਿਰ ਉਹ ਸੁਕਾਈਆਂ ਜਾਂਦੀਆਂ ਨੇ ਧੁੱਪੇ, ਫਿਰ ਉਹ ਆਵੇ ਦੇ ਵਿੱਚ ਰੱਖੀਆਂ ਜਾਂਦੀਆਂ ਨੇ, ਫਿਰ ਅੱਗ ਦਾ ਤਾਤ ਦਿੱਤਾ ਜਾਂਦਾ ਤੇ ਫਿਰ ਕੁਝ ਸਮੇਂ ਬਾਅਦ ਉਹ ਜਿਹੜੀਆਂ ਇੱਟਾਂ ਕੱਢੀਆਂ ਜਾਂਦੀਆਂ ਨੇ ਪਕਾ ਕੇ। ਇਸੇ ਤਰ੍ਹਾਂ ਉੱਥੇ ਪਿਆਰੇ ਆਵੇ ਗੁਰੂ ਕੇ ਸਿੱਖਾਂ ਨੇ ਆਪਣੇ ਲਗਾਏ ਹੋਏ ਨੇ, ਜੇ ਤੇ ਇੱਟਾਂ ਤਿਆਰ ਕੀਤੀਆਂ ਜਾਂਦੀਆਂ ਨੇ। ਕੇਤਕ ਕਰੈ ਪੰਜਾਵਨ ਕਾਰ, ਕਈ ਜਿਹੜੇ ਨੇ ਕਿ ਆਵਿਆਂ ਦੀ ਸੇਵਾ ਨਿਭਾ ਰਹੇ ਨੇ। ਮਾਟੀ ਚੀਕਨ ਲਹਿ ਸੁਧਾਰ, ਉਹ ਚੀਕਣੀ ਮਿੱਟੀ ਜਿਹੜੀ ਹੈ ਨਾ, ਉਹ ਫਿਰ ਉਹ ਲੱਭ ਕੇ ਲਿਆਉਂਦੇ ਨੇ ਜੀ ਦੂਰੋਂ ਦੂਰੋਂ, ਕਿਉਂਕਿ ਚੀਕਣੀ ਮਿੱਟੀ ਉਹਨਾਂ ਦੀਆਂ ਇੱਟਾਂ ਵਧੀਆ ਬਣਦੀਆਂ ਨੇ, ਉਹਨਾਂ ਦੀ ਪਕਿਆਈ ਜਿਹੜੀ ਉਹ ਚੰਗੀ ਹੁੰਦੀ ਹੈ। ਤੇ ਤਾਂ ਹੀ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਇੱਕ ਉਦਾਹਰਨ ਦਿੱਤੀ ਜੀ ਆਸਾ ਕੀ ਵਾਰ ਵਿੱਚ। ਆਪ ਜੀ ਸਰਵਣ ਕਰਦੇ ਹੋ, ਮੇਰੇ ਬਾਬਾ ਜੀ ਦੇ ਬਚਨ ਸਾਹਿਬ ਕਹਿੰਦੇ ਨੇ ਕਿ ਮਿੱਟੀ ਮੁਸਲਮਾਨ ਕੀ ਪੇੜ ਹੈ ਪਈ ਘੁਮਿਆਰ, ਘੜ ਪਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਮੇਰੇ ਸਾਹਿਬ ਨੇ ਖੈਰ ਉਹਨਾਂ ਦੇ ਅੰਦਰ ਦਾ ਭਰਮ ਦੂਰ ਕਰਨ ਵਾਸਤੇ ਬਚਨ ਕਹੇ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਕਿ ਕਬਰਾਂ ਦੇ ਨੇੜੇ ਦੀ ਮਿੱਟੀ ਜ਼ਿਆਦਾ ਚੀਕਣੀ ਹੁੰਦੀ ਹੈ, ਉਹ ਜ਼ਿਆਦਾ ਚੀਕਣੀ, ਉਹਦੀਆਂ ਇੱਟਾਂ ਵਧੀਆ ਬਣਦੀਆਂ ਨੇ, ਮਿੱਟੀ ਦੇ ਬਰਤਨ ਉਹਦੇ ਵਧੀਆ ਬਣਦੇ ਨੇ। ਇਸੇ ਤਰ੍ਹਾਂ ਜਿਹੜੇ ਸਿੱਖ ਨੇ ਕੀ ਕਰਦੇ ਨੇ ਕਿ ਮਾਟੀ ਚੀਕਣ ਲਹਿ ਸੁਧਾਰ, ਇਹ ਚੀਕਣੀ ਮਿੱਟੀ ਲੈ ਕੇ ਆਉਂਦੇ ਨੇ ਜਿਹਦੀ ਪਕੜ ਜ਼ਿਆਦਾ ਹੁੰਦੀ ਹੈ ਜੀ, ਉਹ ਮਿੱਟੀ ਲਿਆ ਕੇ ਉਹਨੂੰ ਸੁਧਾਰਦੇ ਨੇ, ਚੰਗੀ ਤਰ੍ਹਾਂ ਉਹਨੂੰ ਪਾਣੀ ਪਾ ਕੇ ਵਧੀਆ ਤਰੀਕੇ ਨਾਲ ਗੁੰਨਦੇ ਹਨ ਜੀ। ਸੰਚੇ ਮਾਹੇ ਈਟ ਕਾਂ ਢਾਰੈ, ਸ਼ੁਸ਼ਕ ਕਰਨ ਕੋ ਇਤਿਉਤ ਧਾਰੈ। ਉਹ ਫਿਰ ਜੋ ਮਿੱਟੀ ਗੁੰਨ ਲਈ ਜਾਂਦੀ ਹੈ, ਤਿਆਰ ਕੀਤੀ ਜਾਂਦੀ ਹੈ, ਫਿਰ ਜਿਹੜਾ ਸੰਚਾ ਬਣਿਆ ਹੁੰਦਾ ਹੈ ਪਿਆਰ, ਉਹਦੇ ਵਿੱਚ ਉਹ ਫਿਰ ਮਿੱਟੀ ਸੰਚੇ ਵਿੱਚ ਪਾ ਕੇ ਕੱਚੀ ਇੱਟ ਤਿਆਰ ਕਰਦੇ ਨੇ। ਐਨ ਸੰਚਿਆਂ ਚ ਪਾ ਪਾ ਕੇ ਪਾ ਕੱਚੀਆਂ ਇੱਟਾਂ ਫਿਰ ਉਹ ਬਾਹਰ ਧਰਤੀ ਤੇ ਲਾਈਨਵਾਜ ਰੱਖੀ ਜਾਂਦੇ ਨੇ ਤੇ ਫਿਰ ਨਾ ਉਹਨੂੰ ਥਲਦੇ ਰਹਿੰਦੇ ਨੇ। ਕਦੇ ਉੱਪਰ ਵਾਲਾ ਜਿਹੜਾ ਪਾਸਾ ਹੇਠਾਂ ਵਾਲਾ ਜਿਹੜਾ ਉਹਨੂੰ ਉੱਪਰ ਕਰਦੇ ਨੇ, ਸੁਕਾਉਂਦੇ ਨੇ ਕਿ ਧੁੱਪ ਦਾ ਸੇਕ ਲੱਗ ਜਾਏ। ਪਹਿਲਾਂ ਮਿੱਟੀ ਲਿਆਂਦੀ, ਉਹਨੂੰ ਗੁੰਨੀ, ਫਿਰ ਉਹਨੂੰ ਸੰਚੇ ਚ ਪਾਇਆ, ਸੰਚੇ ਵਿੱਚ ਪਾ ਕੇ ਬਰਾਬਰ ਐ ਕਰਕੇ ਫਿਰ ਉਹਨੂੰ ਧਰਤੀ ਤੇ ਰੱਖ ਕੇ ਫਿਰ ਉਹਨੂੰ ਪਹਿਲਾਂ ਧੁੱਪ ਦੇ ਨਾਲ ਹਵਾ ਦੇ ਨਾਲ ਸੁਕਾਉਂਦੇ ਨੇ ਕਿ ਥੋੜੀ ਖੁਸ਼ਕ ਹੋ ਜਾਵੇ ਜੀ। ਕੇਤਕ ਸਿਰ ਧਰ ਢੋਵਣ ਕਰਹੀ, ਜਹਾਂ ਪਜਾਵੇ ਤਹ ਲੈ ਧਰਹੀ। ਤੇ ਆਪ ਜੀ ਜਾਣਦੇ ਹੋ ਕਿ ਆਵਾ ਹੋਰ ਥਾਂ ਤੇ ਹੁੰਦਾ ਹੈ, ਪੱਠਾ ਹੋਰ ਜਗ੍ਹਾ ਹੁੰਦਾ ਹੈ। ਹੁਣ ਆਪਾਂ ਪੰਜਾਬ ਦੇਖਦੇ ਹੀ ਆ ਜੀ, ਉੱਥੇ ਪੱਠਾ ਹੋਰ ਜਗ੍ਹਾ ਤੇ ਹੈ ਤੇ ਜਿਹੜੀ ਮਿੱਟੀਆਂ ਨੇ ਦੂਰ ਦੂਰ ਉਹਨਾਂ ਨੇ ਪੱਟ ਕੇ ਢੇਰ ਲਾਏ ਹੁੰਦੇ ਨੇ, ਉੱਥੇ ਫਿਰ ਉਹ ਗੁੰਨ ਕੇ ਮਿੱਟੀ ਉੱਥੇ ਕੱਚੀਆਂ ਇੱਟਾਂ ਤਿਆਰ ਕਰ ਕਰਕੇ ਉਹਨਾਂ ਚਿੜੀਆਂ ਹੁੰਦੀਆਂ ਰੱਖੀ ਜਾਂਦੇ ਨੇ। ਫਿਰ ਕੀ ਹੁੰਦਾ, ਜਦੋਂ ਉਹ ਇੱਟਾਂ ਥੋੜੀਆਂ ਸੁੱਕ ਜਾਂਦੀਆਂ ਨੇ ਫਿਰ ਉਹਨੂੰ ਢੋਂਦੇ ਨੇ, ਜਿੱਥੇ ਪੱਠੇ ਦਾ ਆਵਾ ਫਿਰ ਉੱਥੇ ਲੈ ਕੇ ਆਉਂਦੇ ਨੇ। ਇਸੇ ਤਰ੍ਹਾਂ ਜੋ ਕਿਸੇ ਦਾ ਮਨ ਕਰਦਾ ਸੇਵਾ ਕਰ ਰਿਹਾ ਜੀ, ਕੋਈ ਮਿੱਟੀ ਢੋ ਰਿਹਾ ਹੈ, ਕੋਈ ਮਿੱਟੀ ਪੱਟ ਰਿਹਾ ਹੈ, ਕਈਆਂ ਦੇ ਨਾਲ ਦਾਬੜਿਆਂ ਚ ਪਾ ਕੇ ਚੁਕਾ ਰਿਹਾ ਹੈ, ਕੋਈ ਮਿੱਟੀ ਗੁੰਨ ਰਿਹਾ ਹੈ, ਕੋਈ ਪਾਣੀ ਪਾ ਰਿਹਾ ਹੈ, ਕੋਈ ਸੰਚਿਆਂ ਵਿੱਚ ਪਾਉਂਦਾ ਏ, ਕੋਈ ਕੱਚੀਆਂ ਇੱਟਾਂ ਨੂੰ ਠਾਲਦਾ ਉਹਨੂੰ ਹਵਾ ਲਵਾਉਂਦਾ ਏ। ਤੇ ਫਿਰ ਕੁਝ ਉਹ ਕੀ ਕਰਦੇ ਨੇ ਕਿ ਜਿਹੜੀਆਂ ਕੱਚੀਆਂ ਇੱਟਾਂ ਨੇ ਜੋ ਦੂਰ ਪਈਆਂ ਨੇ ਆਵਿਆਂ ਤੋਂ, ਉਹਨਾਂ ਨੂੰ ਫਿਰ ਆਪਣੇ ਸਿਰ ਤੇ ਢੋਂਦੇ। ਕੇਤਕ ਸਿਰ ਧਰ ਢੋਵਨ ਕਰੀ, ਕਈ ਫਿਰ ਉਹਨਾਂ ਇੱਟਾਂ ਨੂੰ ਢੋਂਦੇ ਨੇ ਜਹਾਂ ਪਜਾਵੇ, ਜਿੱਥੇ ਆਵੇ ਲੱਗੇ ਹੋਏ ਨੇ ਉਹਨਾਂ ਆਵਿਆਂ ਤੱਕ ਉਹਨਾਂ ਕੱਚੀਆਂ ਇੱਟਾਂ ਨੂੰ ਪਹੁੰਚਾਉਂਦੇ ਹਨ ਜੀ।
ਕੇ ਤੁਗ ਗਹਿ ਕਰੂੰ ਨਿਜ ਮਤ ਸੰਗ ਚਿਨਹਿ ਸੋ ਈਂਦਨ ਕਰਹਿ ਉਤੰਗ। ਤੇ ਹੁਣ ਜਿਹੜੇ ਕਈ ਨੇ ਬਹੁਤ ਸਿਆਣੇ ਨੇ, ਕਿਉਂਕਿ ਹਰ ਕੰਮ ਹਰ ਕੋਈ ਨਹੀਂ ਕਰ ਸਕਦਾ ਜੀ। ਹੁਣ ਕਈਆਂ ਦੀ ਸੇਵਾ ਇਹ ਹੈ ਕਿ ਉਹ ਆਵਿਆਂ ਦੇ ਹੇਠਾਂ ਬਾਲਣ ਲਗਾਉਂਦੇ ਨੇ ਬੜੇ ਤਰੀਕੇ ਨਾਲ, ਤੇ ਜਿਹੜੀਆਂ ਇੱਟਾਂ ਨੇ ਫਿਰ ਢੰਗ ਨਾਲ ਉੱਥੇ ਚਿਣੀਆਂ ਜਾਂਦੀਆਂ ਨੇ। ਐਵੇਂ ਨਹੀਂ ਕਿ ਕੱਚੀਆਂ ਇੱਟਾਂ ਲਿਆਈਆਂ ਆਵੇ ਸੁੱਟ ਦਿੱਤੀਆਂ ਉਹ ਟੁੱਟ ਜਾਣਗੀਆਂ, ਨਹੀਂ। ਕਈਆਂ ਨੂੰ ਸੇਕ ਵੱਧ ਲੱਗ ਜਾਏਗਾ, ਕਿਸੇ ਨੂੰ ਘੱਟ ਲੱਗੇਗਾ। ਉੱਥੇ ਆਵੇ ਦੇ ਵਿੱਚ ਜਿਹੜੀਆਂ ਇੱਟਾਂ ਨੇ ਬੜੀ ਵਿਧੀ ਅਨੁਸਾਰ ਬੜੇ ਤਰੀਕੇ ਨਾਲ ਉਹ ਚਿਣੀਆਂ ਜਾਂਦੀਆਂ ਨੇ, ਤੇ ਤਾਂ ਸਾਰੀਆਂ ਇੱਟਾਂ ਨੂੰ ਬਰਾਬਰ ਸੇਕ ਲੱਗਦਾ। ਇਸ ਕਰਕੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਕੇਤਕ ਗਹਿ ਕਰ ਨਿਜ ਮਤ ਸੰਗ। ਕਈ ਆਪਣੀ ਬੜੀ ਸਿਆਣਪ ਦੇ ਨਾਲ, ਆਪਣੀ ਦਨਾਈ ਦੇ ਨਾਲ ਇੱਟਾਂ ਫੜਦੇ ਨੇ ਕੱਚੀਆਂ, ਉਹਨਾਂ ਦੀ ਚਿਣਾਈ ਕਰਦੇ ਨੇ, ਤੇ ਆਵਿਆਂ ਦੇ ਹੇਠਾਂ ਬੜੇ ਤਰੀਕੇ ਦੇ ਨਾਲ ਉਹ ਫਿਰ ਅੱਗ ਬਾਲਦੇ ਨੇ। ਈਂਧਣ ਤੋਂ ਮਰਦ ਕਿ ਬਾਲਣ, ਉਹ ਹੇਠਾਂ ਬਾਲਣ ਚਾਹੇ ਕੋਲਿਆਂ ਦਾ ਚਾਹੇ ਹੋਰ ਕੋਈ ਵੀ ਜੋ ਉਦੋਂ ਇਸਤੇਮਾਲ ਕੀਤਾ ਜਾਂਦਾ ਸੀ, ਉਹ ਫਿਰ ਬਾਲਣ ਜਿਹੜਾ ਉਹਦੀ ਵੀ ਚੰਗੀ ਤਰ੍ਹਾਂ ਉਹ ਬਾਲਦੇ ਹਨ ਜੀ। ਕੇਤਕ ਕੂੜਾ ਕਰੈ ਸਕੇਲਨ ਈਟ ਪਕਾਵਨ ਹਿਤ ਕਰ ਮੇਲਨ। ਤੇ ਪਿਆਰਿਓ ਫਿਰ ਕਈ ਜਿਹੜੇ ਨੇ ਕਾਖ ਕਾਣ ਇਕੱਠੇ ਕਰਦੇ ਨੇ, ਕੂੜਾ ਆਪਣੇ ਇਕੱਠਾ ਕਰਦੇ ਨੇ ਜੀ। ਕਿਉਂ? ਕੂੜਾ ਕਰਕਟ ਕਾਖ ਕਾਣ ਪੈਣ ਦੇ ਨਾਲ ਇੱਟਾਂ ਹੋਰ ਵੀ ਪੱਕੀਆਂ ਤੇ ਲਾਲ ਨਿਕਲਦੀਆਂ ਨੇ। ਰੁੱਖਾਂ ਦੇ ਦਰਖਤਾਂ ਦੇ ਜਿਹੜੇ ਪੱਤੇ ਨੇ ਉਹ ਝੜੇ ਹੋਏ ਸੁੱਕੇ, ਉਹ ਇਕੱਠੇ ਕਰਕੇ ਪਾਉਣੇ ਝਾੜੂ ਦੇ ਨਾਲ। ਹੋਰ ਕਾਹ ਕਾਣ ਪਾਉਣਾ, ਜੇ ਪਿਆਰਿਓ ਸੁੱਕੀ ਪਰਾਲੀ ਮਿਲ ਜਾਂਦੀ ਹੈ ਉਹ ਲਿਆ ਕੇ ਪਾਉਣੀ। ਇਸ ਤਰ੍ਹਾਂ ਕਈ ਜਿਹੜੇ ਨੇ ਉਹ ਇਹ ਸੇਵਾ ਨਿਭਾਉਂਦੇ ਨੇ ਤਾਂ ਕਿ ਈਂਟ ਪਕਾਵਨ ਹਿਤ ਕਰ, ਬੜੇ ਪਿਆਰ ਦੇ ਨਾਲ ਉਹ ਪਿਆਰਿਓ ਇੱਟਾਂ ਨੂੰ ਪਕਾਉਂਦੇ ਹਨ ਜੀ। ਕੋ ਭੋਜਨ ਨਿਜ ਘਰ ਤੇ ਖਾਏ ਸਭ ਦਿਨ ਗੁਰ ਕੀ ਸੇਵ ਕਮਾਏ। ਤੇ ਕਈ ਇੰਨੇ ਕੋ ਪਿਆਰ ਵਾਲੇ ਨੇ ਸਾਰਾ ਸਾਰਾ ਦਿਨ ਗੁਰੂ ਘਰ ਸੇਵਾ ਕਰਦੇ ਨੇ ਜੀ। ਜਿਉਂ ਅੰਮ੍ਰਿਤ ਵੇਲੇ ਆਉਂਦੇ ਨੇ ਰਾਤ ਤੱਕ ਸੇਵਾ ਕਰਦੇ ਨੇ, ਪਰ ਜਿਸ ਵੇਲੇ ਭੁੱਖ ਲੱਗਦੀ ਹੈ ਤੇ ਭੋਜਨ ਆਪਣੇ ਘਰੋਂ ਛਕ ਕੇ ਆ ਜਾਂਦੇ ਨੇ। ਕੋ ਭੋਜਨ ਨਿਜ ਘਰ ਤੇ ਖਾਏ, ਆਪਣੇ ਘਰ ਤੋਂ ਜਾ ਕੇ ਉਹ ਪ੍ਰਸ਼ਾਦਾ ਛਕਦੇ ਨੇ। ਸਭ ਦਿਨ ਗੁਰ ਕੀ ਸੇਵ ਕਮਾਏ, ਸਾਰਾ ਸਾਰਾ ਦਿਨ ਗੁਰੂ ਕੀ ਕਾਰ ਸੇਵਾ ਕਰਦੇ ਰਹਿੰਦੇ ਹਨ ਜੀ। ਕੇਤਕ ਦਰਬ ਅਰਪ ਹੈ ਆਏ ਬ੍ਰਿੰਦ ਮਿਹਨਤੀ ਦੇ ਤ ਲਗਾਏ। ਤੇ ਜਿਨ੍ਹਾਂ ਦੇ ਕੋਲ ਪਿਆਰਿਓ ਸਮਾਂ ਨਹੀਂ ਹੈ, ਵਕਤ ਨਹੀਂ ਮਿਲਦਾ, ਜਿਹੜੇ ਤਨ ਕਰਕੇ ਸੇਵਾ ਦੀ ਹਾਜ਼ਰੀ ਨਹੀਂ ਲਗਾ ਸਕਦੇ, ਕਿ ਕੋਈ ਮਜਬੂਰੀ ਹੈ ਜਾਂ ਬਹੁਤ ਦੂਰ ਦੂਰ ਰਹਿੰਦੇ ਨੇ ਪ੍ਰਦੇਸ਼ਾਂ ਦੇ ਵਿੱਚ, ਉਹ ਫਿਰ ਕੀ ਕਰਦੇ ਨੇ? ਉਹ ਮਾਇਆ ਦੇ ਦਿੰਦੇ ਨੇ, ਉਹ ਧਨ ਦੇ ਦਿੰਦੇ ਨੇ। ਉਹ ਦਰਬ ਅਰਪ ਹੈ ਆਏ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਹ ਮਾਇਆ ਉਹ ਧਨ ਅਰਪਣ ਕਰਦੇ ਨੇ, ਨਾਲ ਬੇਨਤੀ ਕਰਦੇ ਨੇ ਮਹਾਰਾਜ ਅਸੀਂ ਦੂਰ ਰਹਿੰਦੇ ਆ, ਕੁਝ ਘਰਾਂ ਦੀਆਂ ਮਜਬੂਰੀਆਂ ਨੇ, ਅਸੀਂ ਸਾਰਾ ਸਾਰਾ ਦਿਨ ਇੱਥੇ ਆਣ ਕੇ ਹੱਥੀਂ ਸੇਵਾ ਨਹੀਂ ਕਰ ਸਕਦੇ, ਤਨ ਦੀ ਸੇਵਾ ਨਹੀਂ ਨਿਭਾ ਸਕਦੇ, ਮਹਾਰਾਜ ਆ ਧਨ ਦੀ ਸੇਵਾ ਪ੍ਰਵਾਨ ਕਰ ਲਓ। ਮਹਾਰਾਜ ਅਸੀਂ ਤੁਸੀਂ ਐ ਕਰੋ, ਕੋਈ ਰਾਜ ਮਿਸਤਰੀ ਲਗਾ ਲਓ, ਕੁਝ ਦਿਹਾੜੀਦਾਰ ਲਗਾ ਲਓ, ਅਸੀਂ ਉਹਨਾਂ ਦੀ ਦਿਹਾੜੀ ਦੇ ਦਿਆਂਗੇ, ਅਸੀਂ ਮਾਇਆ ਦੀ ਸੇਵਾ ਕਰ ਦਿਆਂਗੇ। ਬਰਿੰਦ ਮਿਹਨਤੀ ਦੇਤ ਲਗਾਏ। ਉਹ ਫਿਰ ਕੀ ਕਰਦੇ ਨੇ? ਜਿਨ੍ਹਾਂ ਦੇ ਕੋਲ ਆਪ ਸਮਾਂ ਨਹੀਂ ਤਨ ਦੀ ਸੇਵਾ ਕਰਨ ਦਾ, ਉਹ ਫਿਰ ਮਜ਼ਦੂਰ ਲੈ ਆਉਂਦੇ ਨੇ, ਉਹਨਾਂ ਮਜ਼ਦੂਰਾਂ ਨੂੰ ਲਗਾ ਦਿੰਦੇ ਨੇ, ਤੇ ਜਿੰਨੀ ਮਜ਼ਦੂਰੀ ਹੈ ਉਹਦੀ ਜ਼ਿੰਮੇਵਾਰੀ ਆਪ ਚੱਕ ਲੈਂਦੇ ਨੇ ਕਿ ਇਹਨਾਂ ਮਜ਼ਦੂਰਾਂ ਦੀ ਮਜ਼ਦੂਰੀ ਅਸੀਂ ਦੇਵਾਂਗੇ ਜੀ। ਕੇਤਕ ਦੇਗ ਆਹਾਰ ਕਰਨ ਤੇ ਸਰ ਕੀ ਸੇਵਾ ਲੱਗੇ ਰਹਨ ਤੇ ਪਿਆਰਿਓ ਫਿਰ ਜਿਹੜੇ ਕਈ ਨੇ ਸਰੋਵਰ ਦੀ ਸੇਵਾ ਹੋ ਰਹੀ ਹੈ, ਗੁਰੂ ਰਾਮਦਾਸ ਸਰੋਵਰ ਇਹ ਤਾਲ ਪੱਕਾ ਹੋ ਰਿਹਾ ਜੀ। ਕਈ ਜਿਹੜੇ ਨੇ ਦੇਗ ਆਹਾਰ ਕਰਨ ਤੇ, ਕਈ ਗੁਰੂ ਘਰ ਵੀ ਲੰਗਰ ਚੱਲਦਾ। ਜਿਹੜੇ ਦੂਰ ਦੂਰ ਰਹਿਣ ਵਾਲੇ ਨੇ ਉਹ ਫਿਰ ਗੁਰੂ ਕੀ ਪੰਗਤ ਵਿੱਚ ਬੈਠ ਕੇ ਲੰਗਰ ਛਕਦੇ ਤੇ ਇੱਥੇ ਪਿਆਰ ਇਹ ਸੇਵਾ ਨਿਭਾਉਂਦੇ ਹਨ ਜੀ। ਕੇਤਕ ਅਜ ਮਤ ਕੇ ਜੁਤ ਭਾਰੀ ਜਾਏ ਨਿਸ ਨਿਜ ਸਦਨ ਮਝਾਰੀ। ਕਈਆਂ ਦਾ ਸਿਮਰਨ ਹੈ, ਸੇਵਾ ਹੈ, ਬੰਦਗੀ ਹੈ। ਮੇਰੇ ਸਾਹਿਬ ਨੇ ਕਿਰਪਾ ਕੀਤੀ ਪਿਆਰੇ, ਉਹਨਾਂ ਦੇ ਕੋਲ
ਰੂਹਾਨੀ ਸ਼ਕਤੀਆਂ ਵੀ ਨੇ, ਉਹਨਾਂ ਦੇ ਕੋਲ ਰੂਹਾਨੀ ਤਾਕਤਾਂ ਵੀ ਨੇ, ਬਰਕਤਾਂ ਵੀ ਨੇ। ਉਹ ਸਾਰਾ ਦਿਨ ਸੇਵਾ ਦੇ ਵਿੱਚ ਲੱਗੇ ਰਹਿੰਦੇ ਨੇ। ਜਿਸ ਵੇਲੇ ਰਾਤ ਹੁੰਦੀ ਏ, ਹਨੇਰਾ ਹੋਣ ਲੱਗਦਾ ਹੈ, ਪਿਆਰੋ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ। ਜਾਏ ਨਿਸਾ ਨਿਜ ਸਦਨ ਮਜ਼ਾਰੀ, ਸਦਨ ਘਰ, ਰਾਤ ਨੂੰ ਆਪੋ ਆਪਣੇ ਘਰੀ ਚਲੇ ਜਾਂਦੇ ਹਨ ਜੀ। ਹੋਤ ਭੋਰ ਕੇ ਆਵਤ ਸੋਈ, ਸਰ ਕੀ ਸੇਵਾ ਲਗੇ ਸਭ ਕੋਈ। ਹੋਤ ਭੋਰ, ਭੋਰ ਦੇ ਅਰਥ ਨੇ ਕਿ ਸਵੇਰ, ਜਿਸ ਵੇਲੇ ਦਿਨ ਦਾ ਚੜਾ ਹੁੰਦਾ ਹੈ, ਰਾਤ ਨੂੰ ਚਲੇ ਜਾਂਦੇ ਨੇ। ਸਵੇਰ ਹੁੰਦੀ ਹੈ, ਲੋ ਲੱਗਦੀ ਹੈ, ਫਿਰ ਆ ਜਾਂਦੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਆਣ ਕੇ ਫਿਰ ਸੇਵਾ ਦੇ ਵਿੱਚ ਲੱਗ ਜਾਂਦੇ। ਸਰ ਕੀ ਸੇਵਾ ਲਗੇ ਸਭ ਕੋਈ, ਹਰ ਕੋਈ ਜਿਹੜਾ ਉਹ ਸੇਵਾ ਦੇ ਵਿੱਚ ਲੱਗਿਆ ਹੋਇਆ ਹੈ ਜੀ। ਸਫਲ ਜਨਮ ਆਪਣੇ ਕੋ ਜਾਨ ਹੈ, ਸਗਰੇ ਦਿਵਸ ਟਹਿਲ ਕੋ ਠਾਨ ਹੈ। ਕਿਉਂਕਿ ਹੁਣ ਉਹਨਾਂ ਦੀ ਭਾਵਨਾ ਹੈ ਨਾ, ਉਹਨਾਂ ਨੂੰ ਪਤਾ ਹੈ ਕਿ ਸੇਵਾ ਕਰਾਂਗੇ ਤੇ ਜਨਮ ਸਫਲਾ ਹੋ ਜਾਏਗਾ, ਇਹ ਜੀਵਨ ਲੇਖੇ ਲੱਗ ਜਾਏਗਾ। ਕਿਉਂਕਿ ਉਹਨਾਂ ਦੇ ਅੰਦਰ ਬਚਨ ਵਸੇ ਹੋਏ ਨੇ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਚਿਤ ਲਾ ਕੇ ਉਹ ਸੇਵਾ ਕਰਦੇ ਨੇ। ਉਹ ਕਹਿੰਦੇ ਨੇ ਇਹ ਮੌਕਾ ਬਾਰ-ਬਾਰ ਨਹੀਂ ਮਿਲਣਾ, ਇਹ ਸੇਵਾ ਭਾਗਾਂ ਨਾਲ ਮਿਲਦੀ ਹੈ। ਜਾਂ ਕਿ ਮਸਤਕ ਭਾਗ ਸੋ ਸੇਵਾ ਲਾਇਆ, ਹਰ ਕੋਈ ਸੇਵਾ ਨਹੀਂ ਕਰ ਸਕਦਾ ਜੀ। ਭਾਗਾਂ ਵਾਲਾ, ਜਿਸ ਉੱਤੇ ਮਾਲਕ ਦੀ ਦਇਆ ਦ੍ਰਿਸ਼ਟੀ ਹੋ ਜਾਏ, ਸੇਵਾ ਉਹੀ ਕਰਦੇ ਨੇ। ਇਸ ਕਰਕੇ ਉਹਨਾਂ ਦੀ ਭਾਵਨਾ ਹੈ, ਉਹਨਾਂ ਨੂੰ ਪਤਾ ਹੈ ਕਿ ਸੇਵਾ ਕਰਾਂਗੇ ਤੇ ਜਨਮ ਸਫਲਾ ਹੋ ਜਾਏਗਾ। ਸਗਰੇ ਦਿਵਸ ਟਹਿਲ ਕੋ ਠਾਨੈ, ਸਾਰਾ ਦਿਨ ਸੇਵਾ ਦੇ ਵਿੱਚ ਲੱਗੇ ਰਹਿੰਦੇ ਨੇ, ਥਕਾਵਟ ਵੀ ਨਹੀਂ ਹੁੰਦੀ ਜੀ। ਕਿਉਂਕਿ ਪ੍ਰੇਮ ਨਾਲ ਸੇਵਾ ਕਰਦੇ ਨੇ ਨਾ। ਪ੍ਰੇਮ ਨਾਲ ਕੋਈ ਵੀ ਕਾਰਜ ਕੀਤਾ ਜਾਏ, ਫਿਰ ਨਾ ਇਨਸਾਨ ਅੱਕਦਾ ਹੈ ਤੇ ਨਾ ਥੱਕਦਾ ਹੈ। ਉਹ ਭਾਵਨਾ ਦੇ ਨਾਲ, ਪ੍ਰੇਮ ਨਾਲ ਸੇਵਾ ਕਰਦੇ, ਇਸ ਕਰਕੇ ਸਾਰਾ ਦਿਨ ਸੇਵਾ ਦੇ ਵਿੱਚ ਹੀ ਜੁਟੇ ਰਹਿੰਦੇ ਹਨ ਜੀ। ਸਤਿਗੁਰ ਅਰਜਨ ਅੰਤਰਜਾਮੀ, ਜੋ ਸੇਮ ਹੈ ਸੋ ਜਾਨ ਹੈ ਸੁਆਮੀ। ਤੇ ਧੰਨ ਗੁਰ ਅਰਜੁਨ ਦੇਵ ਮਹਾਰਾਜ ਮੇਰੇ ਸਤਿਗੁਰ ਜੀ ਅੰਤਰਜਾਮੀ ਨੇ, ਸਾਰਿਆਂ ਦੇ ਦਿਲਾਂ ਦੀ ਜਾਣਦੇ ਨੇ, ਸਾਰਿਆਂ ਦੇ ਮਨ ਦੀਆਂ ਭਾਵਨਾਵਾਂ ਵੀ ਜਾਣਦੇ ਨੇ ਕਿ ਕੋਈ ਸੇਵਾ ਕਰ ਰਿਹਾ ਹੈ, ਉਹਦੀ ਭਾਵਨਾ ਕੀ ਹੈ, ਦੂਸਰਾ ਸੇਵਾ ਕਰ ਰਿਹਾ ਹੈ, ਉਹਦੀ ਮਨ ਦੀ ਮੁਰਾਦ ਕੀ ਹੈ। ਸਤਿਗੁਰੂ ਜੀ ਅੰਤਰਜਾਮੀ ਨੇ, ਜੋ ਸੇਵੈ ਸੋ ਜਾਣੇ ਸੁਆਮੀ। ਜਗ ਦੇ ਮਾਲਕ ਸੁਆਮੀ ਸਭ ਜਾਣਦੇ ਨੇ। ਕਿਉਂਕਿ ਬੇਨਤੀ ਕਰਾਂ ਕਿ ਸੇਵਾ ਕਰਨ ਦਾ ਢੰਗ ਸਾਰਿਆਂ ਦੇ ਇੱਕੋ ਹੀ ਹੈ। ਟੋਕਰੀ ਸਾਰੇ ਸਿਰਾਂ ਤੇ ਇੱਕੋ ਜਿਹੀ ਚੱਕਦੇ ਨੇ, ਕਈ ਨਾਲ ਮਿੱਟੀ ਇੱਕੋ ਤਰ੍ਹਾਂ ਪੱਟਦੇ ਨੇ, ਇੱਟਾਂ ਇੱਕੋ ਤਰ੍ਹਾਂ ਢੋਂਦੇ ਨੇ, ਪਰ ਹਾਂ ਅੰਦਰ ਦੀ ਭਾਵਨਾ ਸਾਰਿਆਂ ਦੀ ਵੱਖੋ ਵੱਖ ਹੈ ਜੀ। ਅੰਦਰ ਦੀ ਭਾਵਨਾ ਇੱਕ ਤੇ ਨਹੀਂ ਨਾ। ਕੋਈ ਸੇਵਾ ਕਰਦਾ ਮਾਲਕਾ ਬਸ ਮਿਹਰ ਕਰ, ਆ ਸੇਵਾ ਕਰ ਰਿਹਾ ਮੈਂ, ਮੇਰੇ ਤੇ ਦਇਆ ਕਰੀ, ਮੇਰੇ ਤਨ ਨੂੰ ਆ ਕੋ ਰੋਗ ਹੈ, ਮੇਰਾ ਰੋਗ ਚਲੇ ਆ ਜਾਏ। ਕੋਈ ਸੇਵਾ ਕਰਦਾ ਦਾਤਾ, ਸੇਵਾ ਕਰਕੇ ਮੈਂ ਤੇਰੇ ਦਰ ਤੋਂ ਪਰਮਾਤਮਾ ਦੇ ਨਾਮ ਦੀ ਦਾਤ ਮੰਗਦਾ। ਕੋਈ ਕਹਿੰਦਾ ਮਾਲਕਾ ਮੇਰੇ ਘਰ ਗਰੀਬੀ ਬੜੀ ਹੈ, ਮੇਰਾ ਗੁਜ਼ਾਰਾ ਨਹੀਂ ਚੱਲਦਾ, ਬਸ ਸੇਵਾ ਕਰਨ ਲੱਗਿਆ ਮੈਂ, ਸੇਵਾ ਦੇ ਬਦਲੇ ਵਿੱਚ ਮੇਰੇ ਕਰੇ ਮੈਨੂੰ ਮਿਹਨਤ ਦੀ 2 ਵਕਤ ਦੀ ਰੋਟੀ ਮਿਲ ਜਾਏ, ਮਾਲਕਾ ਮੇਰੇ ਤੇ ਕਿਰਪਾ ਕਰ ਦੇ। ਹਰੇਕ ਦੀ ਭਾਵਨਾ ਅਲੱਗ ਹੈ ਨਾ ਜੀ। ਸੇਵਾ ਸਾਰੇ ਕਰਦੇ ਨੇ, ਭਾਵਨਾ ਵੱਖੋ ਵੱਖ ਹੈ। ਤੇ ਧੰਨ ਗੁਰ ਅਰਜੁਨ ਦੇਵ ਮਹਾਰਾਜ ਸਾਰਿਆਂ ਦੀ ਭਾਵਨਾ ਨੂੰ ਜਾਣਦੇ ਹਨ ਜੀ। ਮਹਾ ਮਹਾਤਮ ਚਹਤ ਬਿਥਾਰਾ, ਜੋ ਸਿੱਖ ਹੋਏ ਕਾਮਨਾ ਵਾਰਾ। ਤੇ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਪਿਆਰੇ, ਉਹ ਜੋ ਸੇਵਾ ਦਾ ਮਹਾਤਮ ਹੈ, ਸਤਿਗੁਰੂ ਜੀ ਉਹ ਵੀ ਕਿਰਪਾ ਕਰਕੇ ਵਿਸਥਾਰ ਕਰਨਾ ਚਾਹੁੰਦੇ ਨੇ। ਤੇ ਜਿਹੜਾ ਸਿੱਖਾਂ ਦੀਆਂ ਕਾਮਨਾਵਾਂ ਪੂਰੀਆਂ ਕਰਨ ਵਾਲਾ ਹੋਵੇ, ਮਹਾਰਾਜ ਇਹ ਤਾਂ ਪ੍ਰੇਰਨਾ ਦਿੰਦੇ ਨੇ ਕਿ ਪੜਿਓ ਸੇਵਾ ਕਰੋ, ਸੇਵਾ ਕਰੋਗੇ ਜੋ ਤੁਹਾਡੇ ਮਨ ਦੀ ਭਾਵਨਾ ਭਾਗ ਲੱਗਣਗੇ ਜੀ। ਇਸ ਜਗ ਕੇ ਸੁਖ ਸਭ ਬਿਦ ਦੀਨ, ਪੁਨ ਪਰਲੋਕ ਮਹਿ ਸ਼ੁਭ ਗਤ ਕੀਨ। ਜੋ ਵੀ ਆਣ ਕੇ ਸੇਵਾ ਕਰਦਾ ਹੈ, ਧੰਨ ਗੁਰ ਅਰਜੁਨ ਦੇਵ ਜੀ ਕਿਰਪਾ ਕਰਦੇ ਨੇ, ਨਵਾਜ਼ਦੇ ਨੇ ਉਸ ਨੂੰ, ਸੰਸਾਰ ਦੇ ਸਾਰੇ ਸੁੱਖ ਉਹਦੀ ਝੋਲੀ ਪਾਉਂਦੇ ਨੇ ਜੀ। ਜੋ ਕਿਸੇ ਦੇ ਮਨ ਦੀ ਮੁਰਾਦ ਹੈ ਮੇਰੇ ਦਾਤਾ ਜੀ ਪੂਰੀ ਕਰਦੇ ਨੇ। ਇਸ ਜਗ ਕੇ ਸੁਖ ਸਭ ਬਿਦ ਦੀਨ, ਜਿਹੜੇ ਸੰਸਾਰ ਦੇ ਸੁੱਖ ਨੇ ਮੇਰੇ ਹਜ਼ੂਰ ਉਹ ਵੀ ਦਿੰਦੇ ਪਏ ਨੇ। ਪੁਨ ਪਰਲੋਕ ਮੈਂ ਸ਼ੁਭ ਗਤ ਕੀਨ,
ਤੇ ਜਿਹੜਾ ਪਿਆਰਾ ਸਰੀਰ ਦਾ ਚੋਲਾ ਸੰਕੋਚ ਕੇ ਜਾਂਦਾ ਉਹਨੂੰ ਗਾ ਮੁਕਤੀ ਮਿਲਦੀ ਹੈ। ਉਹ ਮਾਲਕ ਦੇ ਚਰਨਾਂ ਦੇ ਵਿੱਚ ਅਭੇਦ ਹੋ ਜਾਂਦਾ ਹੈ। ਉਹਦਾ ਜੰਮਣਾ ਤੇ ਮਰਨਾ ਕਟਿਆ ਜਾਂਦਾ ਹੈ। ਉਹ 84 ਦੇ ਗੇੜ 'ਚ ਪੈਣ ਤੋਂ ਵੱਧ ਜਾਂਦਾ ਹੈ। ਉਹਦੇ ਉੱਤੇ ਕਿਰਪਾ ਇਹ ਹੋ ਜਾਂਦੀ ਹੈ ਕਿ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ। ਇੱਥੇ ਸੇਵਾ ਕਰਕੇ ਜਾਂਦਾ ਹੈ। ਰੱਬ ਦੇ ਘਰੇ ਥਾਂ ਮਿਲਦੀ ਆ ਉਸ ਨੂੰ। ਗੁਰੂ ਅਰਜਨ ਦੇਵ ਜੀ ਦੇ ਬਚਨ ਉਹਨਾਂ ਦੇ ਅੰਦਰ ਵਸੇ ਹੋਏ ਨੇ ਕਿ ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਖਾਟ ਚਲੋ ਹਰ ਲਾਹ ਆਗੇ ਬਸਨ ਸੁਹੇਲਾ। ਇੱਥੇ ਸੇਵਾ ਖੱਟ ਕੇ ਜਾਂਦੇ ਨੇ, ਅਗਾਂਹ ਪਰ ਉਹਨਾਂ ਦਾ ਵਸਣਾ ਸੁਖੈਨ ਹੋ ਜਾਂਦਾ ਹੈ ਜੀ। ਇਸ ਪ੍ਰਕਾਰ ਸਰ ਕੀ ਨਿਤਕਾਰ, ਹੋਇਓ ਜਾਤ ਖਨ ਵਹਿਰ ਨਿਕਾਰ। ਇਸ ਤਰ੍ਹਾਂ ਹਰ ਰੋਜ਼ ਇਹ ਜਿਹੜੀ ਕਾਰ ਚੱਲ ਰਹੀ ਹੈ ਜੀ, ਇਹ ਤਾਲ ਦੀ ਕਾਰ ਚੱਲ ਰਹੀ ਹੈ। ਸਰੋਵਰ ਨੂੰ ਪੱਕਾ ਕਰਨ ਦੀ ਜਿਹੜੀ ਸੇਵਾ ਇਹ ਚੱਲ ਰਹੀ ਹੈ। ਦੂਰੋਂ ਦੂਰੋਂ ਸੰਗਤਾਂ ਆ ਰਹੀਆਂ ਨੇ ਤੇ ਜੋ ਪਿਆਰਿਓ ਇਸ ਤਾਲ ਨੂੰ ਹੋਰ ਡੂੰਘਾ ਕਰਨ ਦੇ ਲਈ ਜੋ ਮਿੱਟੀ ਪੱਟੀ ਜਾਂਦੀ ਹੈ ਉਸ ਨੂੰ ਪਰਬਾਰ ਜਿੱਥੇ ਗੁਰੂ ਮਹਾਰਾਜ ਜੀ ਕਹਿੰਦੇ ਨੇ ਉੱਥੇ ਉਹ ਸੁੱਟ ਕੇ ਆਉਂਦੇ ਹਨ ਜੀ। ਜੋ ਸਿੱਖ ਲੰਮੇ ਦੇਸ਼ ਮਝਾਰ, ਧਨੀ ਘੇਪ ਕੇ ਪੋਠੋ ਹਾਰ। ਹੁਣ ਕਵੀ ਜੀ ਕਹਿਣ ਲੱਗੇ ਕਿ ਜਿਹੜੇ ਸਿੱਖ ਲੰਮੇ ਦੇਸ਼ ਦੇ ਧਨੀ ਨੇ, ਘੇਪ ਨੇ, ਪੋਠੋਹਾਰ ਨੇ, ਇਹ ਪਿਆਰ ਉਹ ਇਲਾਕਿਆਂ ਦੇ ਨਾਮ ਨੇ। ਇਹ ਪੋਠੋਹਾਰ ਦੀ ਸੰਗਤ ਹੈ, ਇਹ ਕਾਬਲ ਦੀ ਸੰਗਤ ਹੈ, ਇਹ ਪਸ਼ੌਰ ਦੀ ਸੰਗਤ ਹੈ। ਇਹ ਇਲਾਕਿਆਂ ਦੇ ਸ਼ਹਿਰਾਂ ਦੇ ਨਾਮ ਨੇ ਨਾ। ਕਵੀ ਜੀ ਕਹਿੰਦੇ ਨੇ ਵੀ ਜਿੱਥੋਂ ਜਿੱਥੋਂ ਸੰਗਤਾਂ ਆ ਰਹੀਆਂ ਨੇ ਸੇਵਾ ਦੇ ਲਈ ਉਹਨਾਂ ਇਲਾਕਿਆਂ ਦਾ ਨਾਂ ਲੈ ਰਹੇ ਹਨ ਜੀ। ਤਖਤ ਹਜ਼ਾਰਾ, ਸ਼ਸ਼ ਹਜ਼ਾਰਾ, ਕਾਬਲ ਨਗਰ, ਪਸ਼ੌਰ ਕੰਧਾਰਾ। ਇਹ ਸਾਰੇ ਤਖਤ ਹਜ਼ਾਰਾ, ਕਾਬਲ, ਕੰਧਾਰ, ਪਸ਼ੌਰ, ਇਹ ਸਾਰੇ ਉਹਨਾਂ ਇਲਾਕਿਆਂ ਦੇ ਨਾਮ ਹਨ ਜੀ। ਬਲਖ ਬੁਖਾਰਾ ਅਰ ਮੁਲਤਾਨ, ਇਤਿਆਦਿਕ ਪਹਚਮ ਦੇਸ਼ ਜਾਨ। ਕਿਉਂਕਿ ਇੰਨੀ ਦੂਰ ਦੂਰ ਤੱਕ ਗੁਰੂ ਕੀ ਸਿੱਖੀ ਜਿਹੜੀ ਫੈਲ ਚੁੱਕੀ ਸੀ ਜੀ। ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ। ਮੇਰੇ ਸਾਹਿਬ ਜੀ ਨੇ ਪਿਆਰ ਬੜੀ ਦੂਰ ਤੱਕ ਸਾਹਿਬ ਜੀ ਨੇ ਦੇਸ਼ਾਂ ਦਾ ਭਰਮਣ ਕੀਤਾ। ਜਿੱਥੇ ਵੀ ਗਏ ਮੇਰੇ ਸਾਹਿਬ ਨੇ ਉੱਥੇ ਜਾ ਕੇ ਸਿੱਖੀ ਦੀ ਦਾਤ ਦੇ ਕੇ ਸੰਗਤਾਂ ਤੇ ਪੰਗਤਾਂ ਕਾਇਮ ਕੀਤੀਆਂ ਤੇ ਗੁਰੂ ਅਰਜਨ ਦੇਵ ਮਹਾਰਾਜ ਤੱਕ ਤੇ ਫਿਰ ਗਿਣਤੀ ਬਹੁਤ ਵੱਧ ਚੁੱਕੀ ਸੀ। ਇਸ ਕਰਕੇ ਪਿਆਰੇ ਇੰਨੀ ਦੂਰੋਂ ਦੂਰੋਂ ਜਿਹੜੇ ਸਿੱਖ ਨੇ ਜਦੋਂ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਸਰੋਵਰ ਜੀ ਦੀ ਸੇਵਾ ਹੋ ਰਹੀ ਹੈ, ਤਾਲ ਪੱਕਾ ਹੋ ਰਿਹਾ ਹੈ, ਗੁਰੂ ਅਰਜਨ ਦੇਵ ਜੀ ਕਰਵਾ ਰਹੇ ਨੇ, ਇਸ ਕਰਕੇ ਕੀ ਕਾਬਲ, ਕੀ ਕੰਧਾਰ, ਕੀ ਪਸ਼ੌਰ, ਕੀ ਤਖਤ ਹਜ਼ਾਰਾ, ਕੀ ਪੋਠੋਹਾਰ, ਸਾਰੇ ਦੇਸ਼ਾਂ ਤੋਂ ਸਿੱਖ ਸੰਗਤਾਂ ਹੁਮ ਹਮਾ ਕੇ ਪਹੁੰਚ ਰਹੀਆਂ ਹਨ ਜੀ। ਛਠ ਹੈ ਮਾਸ ਕੈ ਸੰਮਤ ਮਾਹੀ, ਦਰਸ਼ਨ ਕਰਨ ਆਏ ਗੁਰ ਪਾਹੀ। ਉਹਦੇ ਵਿੱਚ ਕੋਈ ਮੁਲਤਾਨ ਤਾਂ ਆਉਂਦਾ, ਕੋਈ ਬਲਖ ਬੁਖਾਰੇ ਤੋਂ ਆਉਂਦੇ ਸੇ। ਇਹ ਸਾਰੇ ਪੱਛਮ ਦੇ ਦੇਸ਼ ਨੇ ਜੀ, ਪੱਛਮ ਦਾ ਇਲਾਕਾ ਹੋ ਗਿਆ। ਹੁਣ ਕੀ ਹੈ, ਦੂਰ ਜੋ ਰਹਿੰਦੇ ਨੇ ਤੇ ਅੱਜ ਵਰਗੇ ਸਾਧਨ ਤੇ ਹੈ ਨਹੀਂ ਸਨ। ਚਲ ਹੁਣ ਤੇ ਪਹਿਰੋ ਟ੍ਰੇਨਾਂ ਨੇ, ਆਪਣੀਆਂ ਕਾਰਾਂ ਨੇ, ਮੋਟਰਾਂ ਨੇ, ਇਨਸਾਨ ਘੰਟਿਆਂ ਵਿੱਚ ਪਹੁੰਚ ਜਾਂਦਾ, ਗੱਲ ਹੀ ਕੋਈ ਨਹੀਂ। ਪਰ ਉਦੋਂ ਕੀ ਹੁੰਦਾ ਸੀ, ਪੈਦਲ ਜਾਣਾ ਤੇ ਕਈ ਮਹੀਨੇ ਲੱਗ ਜਾਂਦੇ ਸਨ ਚੱਲਦਿਆਂ ਚੱਲਦਿਆਂ ਪਿਆਰਿਓ। ਇਸ ਕਰਕੇ ਛਠੇ ਮਾਸ ਕੈ ਸੰਮਤ ਮਾਹੀ, ਕੋਈ 6 ਮਹੀਨੇ ਬਾਅਦ ਆ ਜਾਂਦਾ ਹੈ, ਕੋਈ ਸਾਲ ਬਾਅਦ ਆ ਜਾਂਦਾ ਹੈ। ਆਣ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਦਾ ਹੈ, ਸਤਿਗੁਰੂ ਦੇ ਚਰਨ ਪਰਸਦਾ ਹੈ। ਜਿਵੇਂ ਜਿਵੇਂ ਕਿਸੇ ਨੂੰ ਮੌਕਾ ਮਿਲਦਾ, ਸਮਾਂ ਲੱਗਦਾ, ਕੋਈ 6 ਮਹੀਨੇ ਬਾਅਦ ਆਉਂਦਾ, ਚਲਿਆ ਜਾਂਦਾ, ਫਿਰ ਸਾਲ ਬਾਅਦ ਆ ਜਾਂਦਾ। ਇਸ ਤਰ੍ਹਾਂ ਜਿਹੜੇ ਸਿੱਖ ਆਉਂਦੇ ਹਨ ਜੀ। ਰਹੇ ਕੇਤਕ ਦਿਨ ਸੇਵਾ ਸਰ ਕੀ, ਕਰਹਿ ਪ੍ਰੇਮ ਧਰ ਸ਼ਰਧਾ ਔਰ ਕੀ। ਹੁਣ ਇਹ ਜਿਹੜੇ ਦੂਰੋਂ ਦੂਰੋਂ ਆਉਂਦੇ ਨੇ ਇੱਥੇ ਆਣ ਕੇ ਤੇ ਕਈ ਦਿਨ ਫਿਰ ਟਿਕ ਜਾਂਦੇ, ਕਿਉਂਕਿ ਜਿਹੜਾ ਤੇ ਆਇਆ 5-7 ਮੀਲਾਂ ਤੋਂ ਉਹ ਤੇ ਸਵੇਰੇ ਆਏਗਾ, ਸੇਵਾ ਕਰੇਗਾ, ਸ਼ਾਮੀ ਆਪਣੇ ਘਰੇ ਚਲਿਆ ਜਾਏਗਾ, ਆਪਣੇ ਪਿੰਡ ਚਲਿਆ ਜਾਏਗਾ। ਹੁਣ ਜਿਹੜਾ ਕਾਬਲ ਤੋਂ ਆਇਆ, ਕੰਧਾਰ ਤੋਂ ਆਇਆ, ਜੋ ਕਸ਼ਮੀਰ ਤੋਂ ਆਇਆ ਚੱਲ ਕੇ ਜੀ, ਜੋ ਦੱਖਣ ਵਾਲੇ ਪਾਸੇ ਤੋਂ ਚੱਲ ਕੇ ਆਇਆ, ਉਹਨੂੰ ਆਉਂਦਿਆਂ ਵਿਚਾਰੇ ਨੂੰ ਬਹੁਤ ਸਮਾਂ ਲੱਗਿਆ, ਮਹੀਨੇ ਰਸਤੇ ਵਿੱਚ ਹੀ ਲੱਗ ਗਏ। ਉਹ ਫਿਰ ਜਦੋਂ ਆਉਂਦਾ ਇੱਥੇ ਪਹੁੰਚਦਾ
ਤੇ ਕਈ ਕਈ ਦਿਨ ਫਿਰ ਇੱਥੇ ਟਿਕ ਜਾਂਦਾ ਹੈ। ਇੱਥੇ ਟਿਕ ਕੇ ਫਿਰ ਸੇਵਾ ਦਾ ਲਾਹਾ ਲੈਂਦਾ ਜੀ, ਰੱਜ ਕੇ ਸੇਵਾ ਕਰਦਾ ਹੈ। ਰਹਿ ਕਿਤਕ ਦਿਨ ਸੇਵਾ ਸਰ ਕੀ, ਕੁਝ ਦਿਨ ਰਹਿ ਕੇ ਰੋਕੇ, ਉੱਥੇ ਫਿਰ ਸਰੋਵਰ ਦੀ ਸੇਵਾ ਕਰਦਾ। ਕਰਹਿ ਪ੍ਰੇਮ ਧਰ ਸ਼ਰਧਾ ਉਰ ਕੀ, ਦਿਖਾਵੇ ਦੀ ਸੇਵਾ ਨਹੀਂ, ਅਡੰਬਰ ਵਾਲੀ ਸੇਵਾ ਨਹੀਂ, ਲੋਕਾਂ ਨੂੰ ਖੁਸ਼ ਕਰਨ ਵਾਲੀ ਸੇਵਾ ਨਹੀਂ, ਅਖਬਾਰਾਂ 'ਚ ਫੋਟੋਆਂ ਲਵਾਉਣ ਵਾਲੀ ਸੇਵਾ ਨਹੀਂ। ਅੱਜ ਇਦਾਂ ਹੀ ਹੁੰਦਾ ਨਾ ਜੀ। ਅੱਜ ਅਸੀਂ ਵੇਖਨੇ ਆ ਕਈ ਇਦਾਂ ਦੇ ਨੇ, ਉੱਥੇ ਜਾਂਦੇ ਨੇ, ਜਾ ਕੇ ਪਤਾ ਨਹੀਂ ਥਾਲ ਕੋਈ ਮਾਂਜਦੇ ਕਿ ਨਹੀਂ ਮਾਂਜਦੇ, ਤੇ ਅਖਬਾਰ 'ਚ ਫੋਟੋ ਐਡੀ ਵੱਡੀ ਲਗਾਈ ਹੁੰਦੀ ਹੈ ਜੀ, ਮੈਂ ਬਰਤਨ ਧੋਣ ਦੀ ਸੇਵਾ ਕੀਤੀ ਉੱਥੇ ਜਾ ਕੇ। ਉਹ ਸੇਵਾ ਨਹੀਂ ਸੀ ਕਰਦੇ ਪੁਰਾਤਨ ਸਿੱਖ, ਕਿ ਸਾਡਾ ਪਤਾ ਚੱਲੇ, ਅਖਬਾਰ 'ਚ ਫੋਟੋ ਆਈ ਹੋਵੇ, ਅਗਲੇ ਦਿਨ ਜਾ ਕੇ ਵੇਖਣ ਲੋਕੀ ਬੱਲੇ ਬੱਲੇ ਕਿ ਇਹਨੇ ਬੜੀ ਸੇਵਾ ਕੀਤੀ, ਵੀ ਟੋਕਰੀ ਟੋਈ। ਉਹ ਸੇਵਾ ਨਹੀਂ। ਅੱਜ ਸਾਰੇ ਨਹੀਂ, ਬਹੁਤਾਤ ਉਹਨਾਂ ਲੋਕਾਂ ਦੀ ਹੈ ਕਿ ਜਿਹੜੇ ਕੇਵਲ ਦਿਖਾਵੇ ਦੀ ਸੇਵਾ ਕਰਦੇ ਨੇ। ਜੇ ਸੇਵਾ ਹੋਣ ਲੱਗਦੀ ਹੈ ਨਾ, ਆ ਵੇਖੀਦਾ ਹੀ ਆਪਾਂ, ਹੁਣ ਉੱਥੇ ਸੇਵਾ ਹੁੰਦੀ ਹੈ ਕਈਆਂ ਥਾਵਾਂ ਤੇ। ਹੁਣ ਡੇਰਾ ਬਾਬਾ ਨਾਨਕ, ਧੰਨ ਗੁਰੂ ਨਾਨਕ ਮਹਾਰਾਜ ਦਾ ਪਵਿੱਤਰ ਸਥਾਨ, ਉੱਥੇ ਸੇਵਾ ਆਰੰਭ ਹੋਈ ਜੀ। ਸੰਗਤਾਂ ਬਹੁਤ ਸੇਵਾ ਕਰਦੀਆਂ ਨੇ, ਪਰ ਕਈ ਏਦਾਂ ਦੇ ਇਨਸਾਨ ਵੀ ਨੇ ਕਿ ਜਿਸ ਦਿਨ ਸੇਵਾ ਆਰੰਭ ਹੋਈ, ਫੋਟੋਆਂ ਲੱਥਣੀਆਂ ਸੀ, ਉਹ ਦਿਨ ਆਣ ਕੇ ਸਾਹਮਣੇ ਖਲੋ ਗਏ, ਤੇ ਬਾਅਦ ਵਿੱਚ ਕਿਤੇ ਨਜ਼ਰੀ ਨਾ ਆਈ ਨਹੀਂ। ਕੇਵਲ ਕਈਆਂ ਦੀ ਸੇਵਾ ਫੋਟੋ ਤੱਕ ਹੀ ਸੀਮਤ ਹੁੰਦੀ ਹੈ ਜੀ। ਸੱਚੀ ਗੱਲ, ਬੁਰਾ ਨਾ ਮਨਾਇਓ, ਸੱਚ ਤੇ ਸੱਚ ਹੈ, ਪਰ ਹਾਂ ਸਾਰੇ ਨਹੀਂ। ਕਈ ਏਦਾਂ ਦੇ ਭਾਵਨਾ ਵਾਲੇ ਨੇ, ਸੇਵਾ ਉਹਨਾਂ ਦੀ ਬਹੁਤ ਹੈ, ਪਰ ਪਿਆਰੇ ਉਹ ਦਿਖਾਵੇ ਦੀ ਸੇਵਾ ਨਹੀਂ ਕਰਦੇ, ਭਾਵ ਨਾਲ ਸੇਵਾ ਕਰਦੇ ਨੇ। ਹੁਣ ਇਹ ਜਿਹੜੇ ਆਉਂਦੇ ਨੇ ਦੂਰੋਂ, ਕਈ ਕਈ ਦਿਨ ਇੱਥੇ ਰਹਿੰਦੇ ਨੇ, ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸੇਵਾ ਕਰਦੇ ਨੇ, ਪਰ ਕਿਵੇਂ ਕਰੇ? ਪ੍ਰੇਮ ਧਰ ਸ਼ਰਧਾ ਉਰ ਕੀ, ਅੰਦਰ ਦੀ ਸ਼ਰਧਾ ਹੈ, ਅੰਦਰ ਉਹਨਾਂ ਦੇ ਪਿਆਰ ਹੈ, ਪ੍ਰੇਮ ਹੈ, ਭਾਵਨਾ। ਉਹ ਭਾਵਨਾ ਦੇ ਨਾਲ ਸਤ ਸੇਵਾ ਕਰਕੇ ਤੇ ਸਤਿਗੁਰੂ ਦੀ ਖੁਸ਼ੀ ਲੈਣੀ ਚਾਹੁੰਦੇ ਨੇ। ਉਹ ਦੁਨੀਆ ਨੂੰ ਖੁਸ਼ ਨਹੀਂ ਕਰਨਾ ਚਾਹੁੰਦੇ। ਅੱਜ ਮੇਰੇ ਵਰਗਾ ਪਿਆਰ ਜੇ ਭਾਂਡ ਵੀ ਮਾਂਜਦਾ ਨਾ, ਜੇ ਟੋਕਰੀ ਵੀ ਢੋਂਦਾ, ਤੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਕਿ ਚਾਰ ਬੰਦੇ ਵੇਖਣ ਮੈਂ ਟੋਕਰੀ ਢੋ ਰਿਹਾ ਹਾਂ, ਮੈਂ ਭਾਂਡੇ ਸਾਫ਼ ਕਰ ਰਿਹਾ, ਮੈਂ ਲੰਗਰ ਪਕਾ ਰਿਹਾ ਜਾਂ ਵਰਤਾ ਰਿਹਾ, ਇਹ ਆਪ ਦੁਨੀਆ ਨੂੰ ਖੁਸ਼ ਕਰਨ ਵਾਸਤੇ ਨਹੀਂ। ਉਹ ਜਿਹੜੇ ਗੁਰੂ ਕੇ ਸਿੱਖ ਸਨ, ਉਹ ਕਹਿੰਦੇ ਨਾ, ਅਸਾਂ ਤੇ ਗੁਰੂ ਦੀ ਖੁਸ਼ੀ ਲੈਣੀ ਹੈ, ਸਤਿਗੁਰੂ ਦੀ ਕਿਰਪਾ ਲੈਣੀ ਹੈ। ਉਹ ਤਨੋਂ ਮਨੋਂ ਪ੍ਰੇਮ ਭਾਵਨਾ ਦੇ ਨਾਲ ਅੰਦਰੋਂ ਭਿੱਜ ਕੇ ਸੇਵਾ ਕਰਦੇ ਹਨ ਜੀ। ਬਹੁਰੋਂ ਸਤਿਗੁਰ ਕੇ ਢਿਗ ਆਏ, ਜਾ ਚਹਿ ਬਿਦਾ ਸਦਨ ਕੋ ਜਾਏ। ਜਿਸ ਵੇਲੇ ਉਹ ਕਈ ਕਈ ਦਿਨ ਸੇਵਾ ਕਰਦੇ ਨੇ, ਕੋਈ 10 ਦਿਨ ਟੇਕੀ ਸੇਵਾ ਕਰਦਾ ਹੈ, ਕੋਈ 15 ਦਿਨ ਰਹਿੰਦਾ ਹੈ, ਕੋਈ ਮਹੀਨਾ ਰਹਿੰਦਾ ਹੈ, ਫਿਰ ਪਿਆਰਿਓ 15 ਦਿਨਾਂ ਬਾਅਦ, ਮਹੀਨੇ ਬਾਅਦ ਸੇਵਾ ਕਰਕੇ ਧੰਨ ਗੁਰ ਅਰਜੁਨ ਦੇਵ ਸਤਿਗੁਰਾਂ ਦੇ ਚਰਨਾਂ ਵਿੱਚ ਆ ਜਾਂਦੇ ਨੇ। ਆਣ ਕੇ ਬੇਨਤੀ ਕਰਦੇ ਨੇ, ਦਾਤਾ ਬੜੀ ਦੂਰੋਂ ਚੱਲ ਕੇ ਆਇਆ, ਆਉਂਦਿਆਂ ਵੀ ਐਨੇ ਦਿਨ ਲੱਗ ਗਏ ਨੇ, ਜਾਂਦਿਆਂ ਫਿਰ ਐਨੇ ਦਿਨ ਲੱਗ ਜਾਣੇ ਨੇ। ਮਹਾਰਾਜ ਇੱਥੇ ਹੋ ਗਏ ਨੇ 10 ਦਿਨ 15 ਦਿਨ। ਸਤਿਗੁਰੂ ਸੱਚੀ ਗੱਲ ਹੈ, ਇੱਥੋਂ ਜਾਣ ਨੂੰ ਜੀ ਤੇ ਨਹੀਂ ਜੇ ਕਰਦਾ, ਦਾਤਾ ਚਿੱਤ ਨਹੀਂ ਕਰਦਾ ਵਾਪਸ ਜਾਈਏ, ਪਰ ਘਰਾਂ ਦੀਆਂ ਮਜਬੂਰੀਆਂ ਨੇ, ਬੱਚੇ ਨਿੱਕੇ ਨਿੱਕੇ ਨੇ, ਫਸਲਵਾੜੀ ਵੀ ਹੈ, ਮਾਲ ਡੰਗਰ ਵੀ ਹੈ, ਕਿਰਤ ਵੀ ਹੈ, ਮਹਾਰਾਜ ਉਹ ਵੀ ਜਾ ਕੇ ਦੇਖਣੀ ਹੈ। ਇਸ ਕਰਕੇ ਸਾਨੂੰ ਇਜਾਜ਼ਤ ਦੇ ਦੇਵੋ ਜੀ। ਸ਼੍ਰੀ ਅਰਜਨ 300 ਤਬ ਕਹੈ, ਹੇ ਸਿੱਖ ਤੁਮ ਨੰਦਨ ਕਹਿ ਆਹੈ। ਕਿਉਂ ਬੇਨਤੀ ਕਰਦੇ ਨੇ ਮਹਾਰਾਜ? ਮਨ ਕਰਦਾ ਵੀ ਇੱਥੇ ਸੇਵਾ ਵਿੱਚ ਲੱਗੇ ਰਹੀਏ, ਪਰ ਫਿਰ ਸਤਿਗੁਰੂ ਕੁਝ ਪਰਿਵਾਰਕ ਘਰ ਦੀਆਂ ਜ਼ਿੰਮੇਵਾਰੀਆਂ ਵੀ ਨੇ। ਇਸ ਕਰਕੇ ਦਾਤਾ ਜੀ ਤੁਸੀਂ ਮਿਹਰ ਕਰੋ, ਸਾਨੂੰ ਹੁਣ ਜਾਣ ਦੀ ਆਗਿਆ ਦਿਓ, ਅਸੀਂ ਫਿਰ ਆ ਜਾਵਾਂਗੇ, ਕੁਝ ਮਹੀਨੇ ਬਾਅਦ ਫਿਰ ਪਰਤਾਂਗੇ, ਫਿਰ ਆਵਾਂਗੇ। ਸਤਿਗੁਰੂ ਤੋਂ ਆਗਿਆ ਲੈਂਦੇ ਨੇ। ਜਿਸ ਵੇਲੇ ਜਾਣ ਲੱਗਦੇ ਨੇ ਤੇ ਗੁਰ ਅਰਜੁਨ ਦੇਵ ਮਾਰੇ ਪੁੱਛਦੇ ਨੇ, ਸ੍ਰੀ ਅਰਜਨ 300 ਤਬ ਕਹੈ। ਗੁਰ ਅਰਜੁਨ ਦੇਵ ਜੀ ਕਹਿੰਦੇ ਨੇ, ਭਲਿਓ ਇਹ ਪਰ ਦੱਸੋ, ਜਾ ਤਾਂ ਰਹੇ ਹੋ ਤੇ ਤੁਹਾਡੇ ਪਰਿਵਾਰ ਵਿੱਚ ਫਿਰ ਕੌਣ ਕੌਣ ਹੈ? ਤੁਹਾਡੇ ਪੁੱਤਰ ਕਿੰਨੇ ਨੇ, ਧੀਆਂ ਕਿੰਨੀਆਂ ਨੇ, ਭਰਾ ਕਿੰਨੇ ਹੋ? ਸਤਿਗੁਰੂ ਜੀ ਪੁੱਛਦੇ ਨੇ ਬੜੇ ਲਾਡ ਨਾਲ, ਹੇ ਸਿੱਖ ਤੁਮ ਨੰਦਨ ਕੋ ਐ ਸਿੱਖਾ, ਸੇਵਾ ਤੂੰ ਬੜੀ ਕੀਤੀ ਹੈ 10 ਦਿਨ ਮਨ ਲਗਾ ਕੇ ਭਾਵਨਾ ਦੇ ਨਾਲ, ਹੁਣ ਚਲਿਆ ਏ, ਇਹ ਤਾਂ ਦੱਸ ਕਿ ਤੇਰੇ ਕਿੰਨੇ ਪੁੱਤਰ ਨੇ, ਤੁਸੀਂ ਕਿੰਨੇ ਭਰਾ ਹੋ, ਕਿੰਨਾ ਤੁਹਾਡੇ ਪਰਿਵਾਰ ਦੇ ਜੀ ਹਨ ਜੀ। ਕਹਿ ਭਰਾਤ ਮਿਲ ਬਣਜ ਕਰੰਤੈ, ਕਬ ਕੇ ਸਿੱਖੀ ਆਪ ਤਰੰਤੇ। ਤੇ ਫਿਰ ਕਹਿੰਦੇ ਨੇ ਤੁਹਾਡਾ ਕਾਰੋਬਾਰ ਕੀ ਹੈ?
ਭਰਾ ਕਿੰਨੇ ਨੇ, ਕੀ ਤੁਹਾਡਾ ਬਿਜ਼ਨਸ ਹੈ? ਕੋਈ ਕਹਿੰਦਾ ਜੀ ਅਸੀਂ ਜ਼ਿਮੀਂਦਾਰਾ ਕਰਨੇ ਆ, ਕੋਈ ਕਹਿੰਦਾ ਮਹਾਰਾਜ ਸਾਡੀਆਂ ਦੁਕਾਨਾਂ ਨੇ, ਦੁਕਾਨਦਾਰੀ ਹੈ, ਕੋਈ ਕਹਿੰਦਾ ਸਤਿਗੁਰੂ ਅਸੀਂ ਫੇਰੀ ਲਾ ਕੇ ਵਪਾਰ ਕਰਨੇ ਆ। ਜੋ ਕਿਸੇ ਦੀ ਕਿਰਤ ਹੈ ਨਾ ਉਹ ਫਿਰ ਦੱਸਦੇ ਨੇ। ਮਹਾਰਾਜ ਫਿਰ ਕਹਿੰਦੇ ਨੇ ਇਹ ਵੀ ਦੱਸੋ ਕਿ ਤੁਸੀਂ ਕਦੋਂ ਤੋਂ ਗੁਰੂ ਕੀ ਸਿੱਖੀ ਨੂੰ ਕਮਾ ਰਹੇ ਹੋ? ਤੁਸੀਂ ਅੱਜ ਆਏ ਹੋ, ਸੇਵਾ ਕਰ ਰਹੇ ਹੋ, ਤੁਹਾਡੇ ਬਜ਼ੁਰਗਾਂ ਨੇ ਵੀ ਸੇਵਾ ਕੀਤੀ ਹੈ। ਇਹ ਸਿੱਖੀ ਤੁਹਾਡੇ ਘਰ ਕਦੋਂ ਤੋਂ ਆਈ ਹੈ? ਇਹ ਮਹਾਰਾਜ ਇਹ ਦੋ ਗੱਲਾਂ ਪੁੱਛਦੇ ਨੇ ਜੀ। ਇੱਕ ਤਾਂ ਆਪਣੇ ਪਰਿਵਾਰ ਬਾਰੇ ਦੱਸੋ ਕਿ ਤੁਹਾਡਾ ਪਰਿਵਾਰ ਕੀ ਹੈ, ਭਰਾ ਪੁੱਤਰ ਕਿੰਨੇ ਨੇ, ਦੂਸਰਾ ਤੁਹਾਡੀ ਕਿਰਤ ਕੀ ਹੈ, ਤੇ ਤੀਸਰਾ ਮਹਾਰਾਜ ਜੀ ਕਦੋਂ ਤੋਂ ਤੁਸੀਂ ਗੁਰੂ ਨਾਨਕ ਦੀ ਸਿੱਖੀ ਨੂੰ ਗ੍ਰਹਿਣ ਕੀਤਾ, ਕਦੋਂ ਤੋਂ ਤੁਹਾਡਾ ਪਰਿਵਾਰ ਇਸ ਪਾਸੇ ਲੱਗਿਆ ਹੋਇਆ ਹੈ ਜੀ। ਹਾਥ ਜੋਰ ਸੋ ਬਾਗ ਬਨੇ ਹੈ, ਪਿਤਾ ਪਿਤਾਮਾ ਸਿੱਖ ਬਨੇ ਹੈ। ਉਹ ਫਿਰ ਹੱਥ ਜੋੜ ਕੇ ਆਖਦੇ ਨੇ ਧੰਨ ਗੁਰ ਅਰਜਨ ਦੇਵ ਸੱਚੇ ਪਾਤਸ਼ਾਹ, ਸਾਡਾ ਪਿਤਾ ਵੀ ਸਿੱਖ, ਸਾਡਾ ਦਾਦਾ ਵੀ ਸਿੱਖ ਸੀ। ਦਾਦੇ ਨੇ ਗੁਰੂ ਨਾਨਕ ਤੋਂ ਸਿੱਖੀ ਦਾਤ ਪ੍ਰਾਪਤ ਕੀਤੀ। ਐਸੀ ਲਾਗ ਲੱਗੀ ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਪਿਤਾ ਵੀ ਸਿੱਖ, ਤੁਹਾਡੀ ਮਿਹਰ ਨਾਲ ਮੈਂ ਵੀ ਸਿੱਖੀ ਕਮਾ ਰਿਹਾ, ਤੇ ਗੁਰੂ ਨਾਨਕ ਦੀ ਇੰਨੀ ਕਿਰਪਾ ਅੱਗੋਂ ਜਿਹੜੇ ਬੱਚੇ ਨੇ ਉਹ ਵੀ ਗੁਰਸਿੱਖ ਨੇ। ਮਹਾਰਾਜ ਤੁਹਾਡੀ ਮਿਹਰ ਹੈ। ਪਰ ਹੁਣ ਜੇ ਵੇਖਿਆ ਜਾਏ ਮਹਾਰਾਜ ਸਾਡਾ ਦਾਦਾ ਬੜਾ ਪੱਕਾ ਸਿੱਖ ਅਮਰਧਾਰੀ, ਉਹਨੇ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਬੜੀਆਂ ਕੁਰਬਾਨੀਆਂ ਕੀਤੀਆਂ ਕੌਮ ਦੇ ਲਈ। ਮਹਾਰਾਜ ਸਾਡਾ ਦਾਦਾ ਵੀ ਅਮਰਧਾਰੀ ਸੀ, ਬੜਾ ਪਾਠ ਕਰਦਾ ਸੀ, ਬੜੀ ਸੇਵਾ ਕਰਦਾ ਸੀ, ਤੇ ਪੁੱਤ ਤੂੰ ਤੇਰੇ ਮੂੰਹ ਤੇ ਕੁਛ ਵੀ ਨਹੀਂ ਹੈ, ਤੇਰੇ ਕੋਲ ਸਿੱਖੀ ਲੱਭਦੀ ਨਹੀਂ ਪਈ, ਤੇਰੀ ਸਿੱਖੀ ਕਿੱਥੇ ਗਈ? ਹੁਣ ਜੇ ਕਿਸੇ ਨੂੰ ਪੁੱਛਿਆ ਜਾਏ ਕਿ ਮਹਾਰਾਜ ਪੁੱਛਣ ਧੰਨ ਗੁਰੂ ਗ੍ਰੰਥ ਮਹਾਰਾਜ ਜੀ ਸਿੱਖਾ ਤੁਹਾਡੇ ਘਰ ਸਿੱਖੀ ਕਦੋਂ ਤੋਂ ਆ, ਇਹ ਤੇ ਕਹੇਗਾ ਕਿ ਮੇਰੇ ਦਾਦੇ ਤੋਂ, ਮੇਰੇ ਪੜਦਾਦੇ ਤੋਂ। ਤੇ ਮਹਾਰਾਜ ਕਹਿੰਦੇ ਗਾਂ ਕੀ ਹਿਸਾਬ ਕਿਤਾਬ ਹੈ? ਮਹਾਰਾਜ ਗਾਂ ਤੇ ਫਿਰ ਹੁਣ ਸਿੱਖੀ ਵਾਲਾ ਬੂਟਾ ਜਿਹੜਾ ਨਾ ਇਹ ਅਸੀਂ ਹੁਣ ਇਹ ਛਾਂਗੀ ਜਾ ਰਹੇ ਹਾਂ, ਜਿਵੇਂ ਅਰੁੱਖ ਨੂੰ ਛਾਂਗੀ ਦਾ ਨਾ, ਮਹਾਰਾਜ ਸਿੱਖੀ ਵਾਲਾ ਬੂਟਾ ਸਾਂਗੀ ਜਾ ਰਹੇ ਹਾਂ। ਰੱਬ ਮਿਹਰ ਕਰੇ ਇਹ ਸਿੱਖੀ ਘਰਾਂ ਵਿੱਚ ਚੱਲਦੀ ਰਹੇ, ਪ੍ਰਫੁੱਲ ਤੇਰੇ ਸਤਿਗੁਰ ਕਿਰਪਾ ਕਰਨ। ਸਾਹਿਬ ਜੀ ਕਹਿੰਦੇ ਨੇ ਫਿਰ ਕਦੋਂ ਤੋਂ ਸਿੱਖੀ? ਹੱਥ ਜੋੜ ਕੇ ਆਖਦੇ ਨੇ ਪਿਤਾ ਪਤਾਮਾ ਸਿੱਖ ਬਣੇ ਹੈ। ਮਹਾਰਾਜ ਸਾਡਾ ਪਿਤਾ ਵੀ ਸਿੱਖ, ਸਾਡਾ ਦਾਦਾ ਵੀ ਗੁਰੂ ਕੀ ਸਿੱਖੀ ਕਮਾਉਂਦਾ ਰਿਹਾ ਹੈ ਜੀ। ਪੁੱਤਰ ਚਾਰ ਹੈ ਅਰਾਵਰ ਕਰਨਾ, ਬੈਠ ਦੁਕਾਨ ਬਣਜ ਕੋ ਕਰਨਾ। ਤੇ ਕੋਈ ਕਹਿੰਦਾ ਮਹਾਰਾਜ ਤੁਹਾਡੀ ਮਿਹਰ ਨਾਲ ਮੇਰੇ 4 ਪੁੱਤਰ ਨੇ, ਇਹ ਗੁਰੂ ਨਾਨਕ ਦੀ ਕਿਰਪਾ, ਬੈਠ ਦੁਕਾਨ ਬਣਜ ਕੋ ਕਰਨਾ। ਮਹਾਰਾਜ ਦੁਕਾਨਾਂ ਬੈਠੀ ਪਾਈਆਂ ਨੇ, ਉਹ ਦੁਕਾਨਾਂ ਤੇ ਬਹਿ ਕੇ ਬਣਜ ਕਰਦੇ ਨੇ, ਦੁਕਾਨ ਤੇ ਰਹਿੰਦੇ ਨੇ, ਇਹ ਉਹ ਕਿਰਤਕਾਰ ਕਰਦੇ ਹਨ ਜੀ। ਸੁਣ ਸਤਿਗੁਰ ਤਿਹ ਸੋ ਫਰਮਾਏ, ਦੋਏ ਸੁਤ ਦੇਹੋ ਹਮ ਕੋ ਵਿਸ ਥਾਏ। ਤੇ ਜਦੋਂ ਕੋਈ ਕਹਿੰਦਾ ਕਿ ਮਹਾਰਾਜ ਮੇਰੇ 4 ਪੁੱਤਰ ਨੇ, ਦੁਕਾਨ ਤੇ ਬਹਿੰਦੇ ਨੇ, ਇਹ ਉਹਨਾਂ ਦੀ ਕਿਰਤ ਹੈ। ਸਤਿਗੁਰ ਜੀ ਕਹਿੰਦੇ ਭਲਿਆ ਫਿਰ ਐ ਕਰ, 2 ਪੁੱਤਰ ਆਪਣੇ ਸਾਨੂੰ ਦੇ ਦੇ, ਹਾਂ 2 ਸਾਨੂੰ ਦੇ ਦੇ। ਮਹਾਰਾਜ ਜੀ ਇੰਨੀ ਗੱਲ ਕਹਿੰਦੇ ਨੇ, ਦਵੈ ਸੁਤ ਦੇਹੋ ਹਮ ਕੋ ਇਸ ਥਾਏ। ਕਹਿਣ ਲੱਗੇ ਕਿ 4 ਪੁੱਤਰ ਨੇ, 2 ਚਾਰੇ ਦੁਕਾਨ ਤੇ ਬਹਿੰਦੇ ਨੇ, ਉਹਨਾਂ 4ਾਂ ਚੋਂ 2ਵਾਂ ਨੂੰ ਇਹ ਤੇ ਸਾਡੇ ਕੋਲ ਭੇਜ ਦੇਵੋ ਜੀ। ਗੁਰਪੁਰ ਮਹਿ ਬਸ ਕਰਹਿ ਦੁਕਾਨ, ਲਾਭ ਹੈ ਲਾਭ ਬਣਜ ਕੋ ਠਾਨ। ਕਿਉਂਕਿ ਸਤਿਗੁਰ ਮਹਾਰਾਜ ਚਾਹੁੰਦੇ ਨੇ ਇਹ ਜਿਹੜਾ ਨਗਰ ਹੈ ਬਹੁਤ ਵਸੇ, ਤਾਂ ਹੀ ਇਹ ਬਚਨ ਅਖੀਰ ਵਿੱਚ ਆਏ ਕਿ ਬਸ ਦੀ ਸਗਨ ਅਪਾਰ ਅਨੂਪ ਰਾਮਦਾਸ। ਔਰ ਸਤਿਗੁਰ ਚਾਹੁੰਦੇ ਨੇ ਸ਼ਹਿਰ ਐ ਚੰਗਾ ਵੱਡਾ ਸੋਹਣਾ ਵਸੇ, ਇੱਥੇ ਹਰ ਕਿਰਤ ਵਾਲੇ ਜਿਹੜੇ ਲੋਕ ਨੇ ਉਹ ਇੱਥੇ ਪਹੁੰਚਣ। ਧੰਨ ਗੁਰੂ ਅਰਜਨ ਦੇਵ ਫਿਰ ਕਹਿੰਦੇ ਨੇ ਐ ਕਰੋ, ਜੇ 4 ਨੇ ਤੇ 2 ਇੱਥੇ ਭੇਜ ਦਿਓ। ਮਹਾਰਾਜ ਉਹ ਕਾਹਦੇ ਲਈ? ਸੇਵਾ ਵਾਸਤੇ। ਸਤਿਗੁਰ ਕਹਿੰਦੇ ਸੇਵਾ ਤੇ ਕਰਨੀ। ਮਹਾਰਾਜ ਕਹਿੰਦੇ ਉਹ ਇੱਥੇ ਆਣ ਕੇ ਪੱਕਾ ਨਿਵਾਸ ਕਰਨ, ਅਸੀਂ ਉਹਨਾਂ ਨੂੰ ਦੁਕਾਨ ਵੀ ਪਾ ਕੇ ਦੇਾਂਗੇ, ਇੱਥੇ ਆਪਣਾ ਕਾਰੋਬਾਰ ਕਰਨ, ਉਹਨੂੰ ਘਰ ਵੀ ਬਣਾ ਕੇ ਦੇਾਂਗੇ, ਇੱਥੇ ਆਣ ਕੇ ਉਹ ਰਹਿਣ। ਮਹਾਰਾਜ ਕਹਿੰਦੇ ਅਸੀਂ ਇਹ ਚਾਹੁੰਦੇ ਆ। ਗੁਰਪੁਰ ਮੈਂ ਬਸ ਕਰਹਿ ਦੁਕਾਨ। ਕਹਿਣ ਲੱਗੇ ਇੱਥੇ ਆਉਣ, ਗੁਰੂ ਦੀ ਪੁਰੀ ਵਿੱਚ ਆਉਣ, ਗੁਰੂ ਕੀ ਨਗਰੀ ਵਿੱਚ ਆਉਣ, ਇੱਥੇ ਆਣ ਕੇ ਦੁਕਾਨ ਕਰਨ। ਮਹਾਰਾਜ ਕਹਿੰਦੇ ਨੇ ਭਲਿਓ ਲਾਭ ਹੈ ਲਾਭ,
ਸਤਿਗੁਰ ਕਹਿੰਦੇ ਜਿੱਥੇ ਤੁਸੀਂ ਦੁਕਾਨਾਂ ਕਰਨੇ ਹੋ ਸਕਦਾ ਹੈ ਕਿ ਤੁਹਾਨੂੰ ਕਦੇ ਘਾਟਾ ਪੈ ਜਾਂਦਾ ਹੋਵੇਗਾ, ਪਰ ਜਿਹੜਾ ਤੁਹਾਡਾ ਪੁੱਤਰ ਤੁਹਾਡਾ ਭਰਾ ਇੱਥੇ ਆਣ ਕੇ ਦੁਕਾਨ ਕਰੇਗਾ, ਮੈਂ ਵਾਅਦਾ ਕਰਨਾ ਉਹਨੂੰ ਘਾਟਾ ਨਹੀਂ, ਉਹਨੂੰ ਲਾਭ ਹੀ ਲਾਭ ਹੋਵੇਗਾ। ਬਰਕਤਾਂ ਹੀ ਬਰਕਤਾਂ ਪੈਣਗੀਆਂ, ਘਾਟਾ ਕਦੇ ਨਹੀਂ ਪਏਗਾ, ਤੋਟਾ ਨਹੀਂ ਆਏਗੀ। ਮਹਾਰਾਜ ਕਹਿੰਦੇ ਇੱਥੇ ਭੇਜੋ। ਕਹਿਣ ਲੱਗੇ ਲਾਭ ਹੈ ਲਾਭ ਵਣਜ ਕੋ ਠਾਨ। ਇੱਥੇ ਆਣ ਕੇ ਜਿਹੜਾ ਵਪਾਰ ਕਰੇਗਾ, ਵਣਜ ਕਰੇਗਾ, ਕੋਈ ਵੀ ਕਿਰਤ ਕਰੇਗਾ, ਸਾਹਿਬ ਕਹਿੰਦੇ ਉਹਦੀ ਕਮਾਈ 'ਚ ਬਰਕਤਾਂ ਹੀ ਬਰਕਤਾਂ ਪੈਣਗੀਆਂ ਜੀ। ਬਾਕ ਮਾਨਸੋਂ ਆਨ ਬਸਾਵੇਂ, ਜਿਸ ਕੇ ਜੁਗ ਸੁਤ ਇੱਕ ਤਹ ਆਵੇਂ। ਪਿਆਰਿਓ ਉਹ ਫਿਰ ਸਿੱਖ ਕਿੰਨੇ ਪਿਆਰ ਵਾਲੇ ਸਨ, ਕੋਈ ਨਾ ਨਹੀਂ ਸੀ ਕਰਦਾ, ਇਨਕਾਰ ਨਹੀਂ ਸੀ ਕਰਦਾ। ਨਹੀਂ ਮਹਾਰਾਜ ਉਹ ਦੋ ਪੁੱਤਰ ਇੱਥੇ ਆ ਗਏ ਤੇ ਸਾਡਾ ਕਿਵੇਂ ਚੱਲੇਗਾ, ਜਿਹੜੀ ਉੱਥੇ ਦੁਕਾਨ ਹੈ ਉਹ ਕਿਵੇਂ ਚੱਲੇਗੀ। ਮਹਾਰਾਜ ਅਸੀਂ ਇਕੱਠੇ ਰਹਿਣਾ, ਵੱਖ-ਵੱਖ ਨਹੀਂ ਹੋਣਾ। ਪਿਆਰ ਹੁਣ ਵੇਖੋ ਆਪਣੀ ਕਮਾਈ ਲਈ ਕਿਰਤ ਲਈ ਬੰਦਾ ਬਹੁਤ ਕੁਝ ਕਰਦਾ ਹੈ। ਹੁਣ ਆਪ ਜੀ ਵਿੱਚੋਂ ਆਪਣੇ ਪਰਿਵਾਰ ਛੱਡ ਕੇ ਆਈ ਹੋਏ ਨਾ ਇੱਥੇ ਕਮਾਈ ਲਈ ਕਿਰਤ ਲਈ। ਹੁਣ ਗਾਂ ਸਾਡੇ ਨਿੱਕੇ ਨਿੱਕੇ ਬੱਚੇ ਆ ਰਹੇ ਨੇ ਜੀ, ਕਿਉਂ ਉੱਥੇ ਨਹੀਂ ਕਾਰੋਬਾਰ, ਨਹੀਂ ਨੌਕਰੀਆਂ। ਹੁਣ ਪਿਆਰੇ ਉਹ ਸਟੱਡੀ ਬੇਸ ਤੇ ਆ ਰਹੇ ਨੇ, ਕਿਉਂ ਆ ਰਹੇ ਨੇ? ਕਿਹਦਾ ਜੀ ਕਰਦਾ ਆਪਣੀ ਮਾਂ ਛੱਡ ਕੇ ਆਉਣ ਨੂੰ, ਆਪਣਾ ਪਿਤਾ ਛੱਡ ਕੇ ਆਉਣ ਨੂੰ? ਕਿਹਦਾ ਜੀ ਕਰਦਾ ਆਪਣੇ ਭੈਣ ਭਰਾ ਛੱਡ ਕੇ ਆਉਣ ਨੂੰ? ਕਿਹਦਾ ਕਿਸ ਮਾਂ ਪਿਓ ਦਾ ਜੀ ਕਰਦਾ ਕਿ ਆਪਣੇ ਨਿੱਕੇ ਬੱਚੇ ਨੂੰ ਮੈਂ ਇਹ ਬਾਹਰ ਭੇਜਾਂ, ਇਹਨੇ ਦੂਰ ਭੇਜਾਂ? ਨਹੀਂ, ਪਰ ਰਿਜ਼ਕ ਰੋਟੀ ਦੀ ਪਾੜ ਇਹ ਲੈ ਕੇ ਆਉਂਦੀ ਹੈ ਜੀ, ਤੇ ਆਉਣਾ ਕੋਈ ਮਾੜੀ ਗੱਲ ਵੀ ਨਹੀਂ ਹੈ, ਕੋਈ ਮਾੜੀ ਬਾਤ ਤਾਂ ਨਹੀਂ। ਹੁਣ ਉਹ ਜਿਹੜੇ ਸਿੱਖ ਨੇ ਉਹ ਨਾ ਨਹੀਂ ਕਰਦੇ ਕਿ ਮਹਾਰਾਜ ਨਹੀਂ ਮੈਂ ਨਹੀਂ ਭੇਜਣੇ ਆਪਣੇ ਬੱਚੇ, ਸਤਿਗੁਰੂ ਜੀ ਬੱਚੇ ਇੱਥੇ ਆ ਗਏ ਅਸੀਂ ਉੱਥੇ ਕੀ ਕਰਾਂਗੇ। ਨਾ, ਜਦੋਂ ਗੁਰੂ ਮਹਾਰਾਜ ਕਹਿੰਦੇ ਨੇ ਨਾ ਜੇ 4 ਨੇ 2 ਭੇਜ ਦਿਓ, ਉਹ ਫਿਰ ਸਿੱਖ ਕੀ ਕਰਦੇ ਨੇ, ਬਾਕ ਮਾਨਸੋ ਆਨ ਬਸਾਵੈ। ਸਤਿਗੁਰੂ ਜੀ ਦੇ ਬਚਨ ਮੰਨ ਕੇ, ਆਗਿਆ ਬਣ ਕੇ ਉਹ ਫਿਰ ਭੇਜਦੇ ਨੇ। ਪਿਆਰ ਜਿਸ ਕੇ ਜੁਗ ਸੁਤ ਇੱਕ ਤਹ ਆਵੈ, ਜਿਹਦੇ 4 ਨੇ ਉਹ 2 ਭੇਜ ਦਿੰਦਾ ਤੇ ਜਿਹਦੇ 2 ਨੇ ਉਹ 1 ਭੇਜ ਦਿੰਦਾ। ਕੋਈ ਆਪਣੇ ਪੁੱਤਰ ਨੂੰ ਭੇਜ ਰਿਹਾ, ਕੋਈ ਆਪਣੇ ਭਰਾ ਨੂੰ ਭੇਜ ਰਿਹਾ ਹੈ ਜੀ। ਇੱਕ ਦਿਸ਼ ਆਪਣੂ ਸਦਨ ਚਨਾਏ, ਦਿਸ ਦੂਸਰ ਸਰਸੁਦਾ ਬਣਾਏ। ਧੰਨ ਗੁਰ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੇ ਫਿਰ ਐਸੀ ਵਿਉਂਤਬੰਦੀ ਕੀਤੀ ਹੈ ਜੀ। ਮਹਾਰਾਜ ਜੀ ਨੇ ਇੱਕ ਪਾਸੇ ਤੇ ਪਿਆਰਿਓ ਰਹਿਣ ਦੇ ਲਈ, ਨਿਵਾਸ ਕਰਨ ਦੇ ਲਈ, ਜਿਨ੍ਹਾਂ ਨੇ ਬਾਹਰੋਂ ਆਣ ਕੇ ਕਿਰਤਕਾਰ ਕਰਨ ਲਈ ਹੈ ਉਹਨਾਂ ਲਈ ਘਰ ਬਣਾਏ ਨੇ ਮੇਰੇ ਸਾਹਿਬ ਜੀ ਨੇ, ਤੇ ਪਿਆਰਿਓ ਦੂਜੇ ਪਾਸੇ ਸਤਿਗੁਰੂ ਜੀ ਨੇ ਬਾਜ਼ਾਰ ਬਣਵਾਏ ਹੋਏ ਹਨ ਜੀ। ਦੋਨੋਂ ਵਿੱਚ ਬਾਜ਼ਾਰ ਪਵਾਇਓ, ਗਨ ਹਾਟਨ ਕੋ ਬਿਉਂਤ ਬਣਾਇਓ। ਇੱਕ ਪਾਸੇ ਰਹਾਇਸ਼ ਹੈ ਤੇ ਇੱਕ ਪਾਸੇ ਸਰੋਵਰ ਹੈ ਤੇ ਵਿਚਕਾਰ ਫਿਰ ਬਾਜ਼ਾਰ ਹੈ, ਬਾਜ਼ਾਰ ਹੈ। ਹੁਣ ਵੀ ਦਰਸ਼ਨ ਕਰੋ ਨਾ ਜਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ। ਇੱਕ ਪਾਸੇ ਗੁਰੂ ਕੇ ਮਹਿਲ ਜਿੱਥੇ ਸਤਿਗੁਰੂ ਜੀ ਦਾ ਪਰਿਵਾਰ ਰਹਿੰਦਾ ਸੀ, ਗੁਰੂ ਮਹਾਰਾਜ ਆਪ ਨਿਵਾਸ ਕਰਦੇ ਸਨ, ਉਹ ਗੁਰੂ ਕੇ ਮਹਿਲ ਗੁਰਦੁਆਰਾ ਸਾਹਿਬ ਹੈ, ਬਾਜ਼ਾਰ ਲੰਘ ਕੇ ਜਾਈਦਾ। ਇੱਕ ਪਾਸੇ ਸਰੋਵਰ ਸਾਹਿਬ ਹੈ, ਸ੍ਰੀ ਦਰਬਾਰ ਸਾਹਿਬ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਹੈ। ਦੂਜੇ ਪਾਸੇ ਸਤਿਗੁਰਾਂ ਦੇ ਮਹਿਲ ਨੇ, ਗੁਰੂ ਕਾ ਘਰ, ਤੇ ਵਿਚਕਾਰ ਬਾਜ਼ਾਰ ਹੈ, ਵਿਚਕਾਰ ਦੁਕਾਨਾਂ ਨੇ। ਇਹ ਗੁਰੂ ਮਹਾਰਾਜ ਦੇ ਵੇਲੇ ਤੋਂ ਇਸੇ ਤਰ੍ਹਾਂ ਬਣੀਆਂ। ਸਤਿਗੁਰ ਨੇ ਕੈਸੀ ਕਿਰਪਾ ਕੀਤੀ, ਦੋਨੋਂ ਵਿੱਚ ਬਾਜ਼ਾਰ ਪਵਾਇਓ। ਇੱਕ ਪਾਸੇ ਤਾਲ ਬਣਦਾ ਪਿਆ, ਦੂਜੇ ਪਾਸੇ ਨਿਵਾਸ ਹੈ ਤੇ ਵਿਚਕਾਰ ਬਾਜ਼ਾਰ ਬਣਾਇਆ। ਗਨ ਹਾਟਨ ਕੋ ਬਿਉਂਤ ਬਣਾਇਓ। ਬਹੁਤ ਸਾਰੀਆਂ ਹੱਟੀਆਂ ਬਾਜ਼ਾਰ ਵਿੱਚ ਬੜੀ ਵਿਉਂਤ ਨਾਲ ਇਹ ਪਵਾਈਆਂ ਹਨ ਜੀ। ਦਿਨ ਪ੍ਰਤ ਗੁਰ ਕੀ ਖੁਸ਼ੀ ਬਲੋਕ, ਆਮ ਸਿੱਖ ਕਰਹਿ ਨਿਜ ਓਕ। ਦਿਨ ਪ੍ਰਤੀ ਦਿਨ ਹਰ ਰੋਜ਼ ਆਉਣ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ। ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਦੀ ਖੁਸ਼ੀ ਲੈਣ ਦੇ ਲਈ, ਸਤਿਗੁਰੂ ਦੀਆਂ ਰਹਿਮਤਾਂ ਪ੍ਰਾਪਤ ਕਰਨ ਦੇ ਲਈ ਪਿਆਰ ਆਹ ਮੈਂ ਸਿੱਖ ਚੱਲ ਕੇ ਆ ਰਹੇ ਨੇ। ਦੂਰੋਂ ਦੂਰ ਆਉਂਦੇ, ਕੋਈ ਕਾਬਲ ਤੋਂ ਆਉਂਦਾ, ਕੰਧਾਰ ਤੋਂ ਆਉਂਦਾ, ਕਸ਼ਮੀਰ ਤੋਂ ਆਉਂਦਾ, ਕੋਈ ਅਸਾਮ ਤੋਂ ਆਉਂਦਾ, ਕੋਈ ਪਿਆਰਿਓ ਦੱਖਣ ਤੋਂ ਆਉਂਦਾ, ਕੋਈ ਉੜੀਸਾ ਤੋਂ ਆਉਂਦਾ, ਕੋਈ ਕਿਸੇ ਪਾਸੇ ਆਉਂਦਾ। ਆਣ ਕੇ ਬੇਨਤੀ ਕਰਦਾ, ਮਹਾਰਾਜ ਮੈਂ ਆਇਆ ਵਾਂ, ਕੀ ਹੁਕਮ ਹੈ, ਮੈਂ ਆਪਣਾ ਕਾਰੋਬਾਰ ਕਿੱਥੇ ਸ਼ੁਰੂ ਕਰਾਂ? ਸਤਿਗੁਰ ਕਹਿੰਦੇ ਕੀ ਕਿਰਤ ਕਰੇਗਾ? ਉਹ ਕਹਿੰਦਾ ਮੈਂ ਆਹ ਕਰਾਂਗਾ। ਮਹਾਰਾਜ ਕਹਿੰਦੇ ਆਹ ਦੁਕਾਨ ਵੀ ਤੇਰੀ ਹੈ, ਸਾਹਿਬ ਜੀ ਰਹਿਣਾ, ਸਤਿਗੁਰਾਂ ਦਾ ਘਰ ਵੀ ਤੇਰਾ ਹੈ, ਇੱਧਰ ਦੁਕਾਨ ਕਰੀ, ਇੱਧਰ ਜਾ ਕੇ ਰਾਤ ਨੂੰ ਆਰਾਮ ਕਰੀ, ਤੇਰਾ ਘਰ ਹੈ। ਸਾਹਿਬ ਨੇ ਐਸੀ ਕਿਰਪਾ ਕੀਤੀ ਜੀ ਮੇਰੇ ਦਾਤਾ ਜੀ ਨੇ।
ਸਤਿਗੁਰੂ ਜੀ ਦੇ ਕੋਲ ਹੁਣ ਸਿੱਖ ਦੂਰੋਂ ਦੂਰੋਂ ਚੱਲ ਕੇ ਆਉਂਦੇ ਨੇ ਜੀ। ਆਵੇਂ ਸਿੱਖ ਕਰੇ ਨਿਜ ਓਕ, ਆਉਂਦੇ ਨੇ ਅਣ ਕੀ ਕਿਰਤ ਕਰਦੇ ਨੇ, ਆਪਣੇ ਘਰ ਤਿਆਰ ਕਰਦੇ ਹਨ ਜੀ। ਆਪਨ ਬੀਚ ਬਾਜ਼ਾਰ ਬਨਾਵੈ, ਬਸਨ ਹੇਤ ਨਿਜ ਸਦਨ ਚਨਾਵੈ। ਆਪਨ ਦਰ ਤੇ ਇੱਥੇ ਆਪਣਾ ਨਹੀਂ ਹੈ, ਇੱਥੇ ਆਪਨ ਦਰ ਤੇ ਨੇ ਇੱਕ ਹੱਟੀ ਦੁਕਾਨ। ਆਪਨ ਬੀਚ ਵਿਚਾਰ, ਇਹ ਜਿਹੜੀਆਂ ਹੱਟੀਆਂ ਨੇ ਇਹ ਬਾਜ਼ਾਰ ਵਿੱਚ ਬਣਾਉਂਦੇ ਨੇ। ਤੇ ਬਸਨ ਹੇਤ ਨਿਜ ਸਦਨ ਚਨਾਵੈ, ਤੇ ਰਹਿਣ ਵਾਸਤੇ ਆਪਣਾ ਘਰ ਵੱਖਰਾ ਬਣਾਉਂਦੇ ਨੇ। ਸਤਿਗੁਰੂ ਮਹਾਰਾਜ ਜੀ ਨੇ ਜਿੱਥੇ ਕਿਰਪਾ ਕੀਤੀ ਕਿ ਇੱਥੇ ਬਾਜ਼ਾਰ ਹੈ, ਉੱਥੇ ਬਾਜ਼ਾਰ ਵਿੱਚ ਆਪਣੀਆਂ ਦੁਕਾਨਾਂ ਤਿਆਰ ਕਰਵਾਉਂਦੇ ਨੇ। ਤੇ ਜਿੱਥੇ ਰਹਿਣਾ ਉੱਥੇ ਆਪਣਾ ਘਰ ਦੁਕਾਨਾਂ ਤੋਂ ਦੂਸਰੇ ਪਾਸੇ ਘਰ ਬਣਵਾਉਂਦੇ ਹਨ ਜੀ। ਨਾਰ ਘਰ ਪੁਨ ਮਹਿ ਹੋਵਣ ਲਾਗੇ, ਆਣ ਆਣ ਬਾਸੇ ਬੜ ਭਾਗੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਕਿਰਪਾ ਹੋਣ ਲੱਗ ਪਈ ਜੀ, ਰੌਣਕਾਂ ਵਧਣ ਲੱਗ ਪਈਆਂ। ਦਿਨ ਪ੍ਰਤੀ ਦਿਨ ਨਰ ਗਨ ਪੁਰ ਮੈਂ ਹੋਣ ਲੱਗੇ, ਗੁਰੂ ਕੇ ਸਿੱਖਾਂ ਦੀ ਗਿਣਤੀ ਵਧਣ ਲੱਗ ਪਈ, ਜਿਹੜੇ ਇੱਥੇ ਆਣ ਕੇ ਰਹਿਣ ਲੱਗ ਪਏ, ਆਪਣਾ ਕਾਰੋਬਾਰ ਸ਼ੁਰੂ ਕੀਤਾ। ਆਨ ਆਨ ਬਾਸੇ ਵੱਡ ਭਾਗੇ। ਭਾਈ ਸਾਹਿਬ ਜੀ ਕਹਿੰਦੇ ਨੇ ਉਹ ਬਹੁਤ ਵੱਡੇ ਭਾਗਾਂ ਵਾਲੇ ਨੇ। ਪਿਆਰੇ ਸੱਚੀ ਗੱਲ ਹੈ, ਜਿਨ੍ਹਾਂ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਵਸਾਏ ਹੋਏ ਪਵਿੱਤਰ ਨਗਰ ਵਿੱਚ ਆਣ ਕੇ ਰਹਿਣ ਦਾ, ਨਿਵਾਸ ਕਰਨ ਦਾ ਮੌਕਾ ਮਿਲਦਾ ਏ, ਬਹੁਤ ਭਾਗਾਂ ਵਾਲਾ ਹੀ ਹੋਏਗਾ ਨਾ ਜੀ। ਇਹ ਐਵੇਂ ਨਹੀਂ ਗੱਲਾਂ, ਕਿਉਂਕਿ ਤਾਂ ਹੀ ਇਹ ਜਿਹੜੇ ਬਚਨ ਕਹੇ ਨੇ ਕਿ ਡਿਠੇ ਸਭੇ ਥਾਮ, ਨਹੀਂ ਤੁਧ ਜਿਹਿਆ ਬਧੋ ਪੁਰਖ ਵਿਧਾਤੇ, ਤਾਂ ਤੂੰ ਸੋਹਿਆ। ਪਿਆਰ ਉਹ ਅਕਾਰ ਪੁਰਖ ਨੇ ਆਪ ਵਸਾਇਆ ਹੋਇਆ ਨਗਰ ਹੈ, ਉਹ ਮਾਲਕ ਦੀ ਕਿਰਪਾ। ਇਸ ਕਰਕੇ ਆਨ ਆਨ ਬਾਸਿਆਂ ਵੱਡ ਭਾਗੇ, ਵੱਡੇ ਭਾਗਾਂ ਵਾਲੇ ਆਣ ਕੇ ਉੱਥੇ ਆਣ ਨਿਵਾਸ ਕਰਦੇ ਹਨ ਜੀ। ਕਰਨ ਲਗੇ ਵਿਵਹਾਰ ਵਡੇਰੇ, ਜਹੇ ਕਹੇ ਆਪਣੇ ਸਿੱਖ ਜੋ ਹੇਰੇ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਵੇਖਦੇ ਨੇ, ਸਤਿਗੁਰ ਜੀ ਬਰੈ ਸ਼ਹਿਰ ਚ ਜੋ ਨਗਰ ਵਸਦਾ ਪਿਆ, ਦਾਤਾ ਜੀ ਫੇਰਾ ਲਗਾਉਂਦੇ ਨੇ, ਗੇੜਾ ਮਾਰਦੇ ਨੇ। ਮਹਾਰਾਜ ਕਹਿੰਦੇ ਵਾਹ, ਦੁਕਾਨਾਂ ਲੱਗਣੀਆਂ ਨੇ। ਗੁਰੂ ਕੇ ਸਿੱਖ ਆ ਕੇ ਘਰਾਂ ਚ ਰਹਿਣ ਲੱਗ ਪਏ ਨੇ। ਗੁਰੂ ਨਾਨਕ ਦੀ ਕਿਰਪਾ ਨਾਲ ਰੌਣਕਾਂ ਵਧਦੀਆਂ ਜਾ ਰਹੀਆਂ ਨੇ, ਵਧਦੀਆਂ ਜਾ ਰਹੀਆਂ ਨੇ। ਸਤਿਗੁਰੂ ਜੀ ਆਪ ਜਦੋਂ ਜਹ ਕੇ ਆਪਣੇ ਸਿੱਖ ਜੋ ਹੇਰੇ, ਤੇ ਗੁਰੂ ਅਰਜੁਨ ਦੇਵ ਮਹਾਰਾਜ ਆਪਣੇ ਸਿੱਖਾਂ ਨੂੰ ਜਾ ਕੇ ਦੇਖਦੇ ਨੇ, ਦੇਖਦੇ ਨਹੀਂ, ਜਾ ਕੇ ਮਿਲਦੇ ਨੇ। ਸਿੱਖਾ ਤੇਰੀ ਦੁਕਾਨ ਠੀਕ ਹੈ, ਕਿਸੇ ਵਸਤੂ ਦੀ ਲੋੜ ਤਾਂ ਨਹੀਂ, ਪੈਸੇ ਚਾਹੀਦੇ ਨੇ ਹੋਰ ਰਸ ਪਾਉਣ ਦੇ ਲਈ। ਕਿਸ ਦੇ ਘਰੇ ਜਾਂਦੇ ਨੇ, ਮਹਾਰਾਜ ਕਹਿੰਦੇ ਸਾਰੀ ਸਮੱਗਰੀ ਹੈ, ਕੋਈ ਬਿਸਤਰਾ, ਕੋਈ ਮੰਜਾ, ਕੋਈ ਹੋਰ ਸਮੱਗਰੀ ਚਾਹੀਦੀ ਘਰ ਦੀ। ਸਤਿਗੁਰੂ ਜੀ ਇੱਕ ਇੱਕ ਨੂੰ ਜਾ ਕੇ ਪੁੱਛਦੇ ਨੇ, ਹਰ ਇੱਕ ਸਿੱਖ ਨੂੰ ਜਾ ਕੇ ਮਿਲਦੇ ਨੇ। ਕਹਿੰਦੇ ਕਿਸੇ ਨੂੰ ਕੋਈ ਲੋੜ ਹੈ, ਕੋਈ ਥੋੜ ਹੈ, ਮਹਾਰਾਜ ਕਹਿੰਦੇ ਵਿੱਚ ਝੁਕੋ ਕੇ ਦੱਸਣਾ, ਤੁਹਾਨੂੰ ਹਰ ਇੱਥੇ ਸਹੂਲਤ ਦਿੱਤੀ ਜਾਵੇਗੀ ਜੀ। ਤਹ ਤੇ ਆਪ ਬੁਲਾਵੈ ਨਾਥ, ਲਾਗੇ ਸੇਵ ਜੋ ਸ਼ਰਧਾ ਸਾਥ। ਤੇ ਫਿਰ ਸਤਿਗੁਰੂ ਮਹਾਰਾਜ ਉਹਨਾਂ ਨੂੰ ਆਪਣੇ ਕੋਲ ਵੀ ਬੁਲਾ ਲੈਂਦੇ ਨੇ, ਪਿਆਰ ਨਾਲ ਉਹਨਾਂ ਦਾ ਹਾਲ ਚਾਲ ਵੀ ਪੁੱਛਦੇ ਨੇ। ਲਾਗੇ ਸੇਵ ਜੋ ਸ਼ਰਧਾ ਸਾਥ, ਜੋ ਬਹੁਤ ਸ਼ਰਧਾ ਤੇ ਭਾਵਨਾ ਦੇ ਨਾਲ ਸੇਵਾ ਦੇ ਵਿੱਚ ਲੱਗੇ ਹੋਏ ਹਨ ਜੀ। ਏਤਕ ਸਿੱਖ ਆਪ ਤੇ ਆਏ, ਕਿਨਹੂ ਢਿਗ ਨਰ ਪਠੇ ਬੁਲਾਏ। ਹੁਣ ਜਿਹੜੇ ਕਈ ਸਿੱਖ ਨੇ ਉਹ ਤਾਂ ਆਪਣੇ ਆਪ ਹੀ ਸੇਵਾ ਤੋਂ ਵਿਹਲੇ ਹੋ ਕੇ, ਕਾਰ ਤੋਂ ਵਿਹਲੇ ਹੋ ਕੇ ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਦੇ ਪਾਸ ਚਲੇ ਜਾਂਦੇ ਨੇ। ਤੇ ਕਈ ਦੂਰੋਂ ਦੂਰੋਂ ਵੀ ਆਪੇ ਆਏ ਨੇ। ਤੇ ਕਿਨਹੂ ਢਿਗ ਨਰ ਪਠੇ ਬੁਲਾਏ, ਤੇ ਕਈਆਂ ਨੂੰ ਸਤਿਗੁਰੂ ਜੀ ਨੇ ਆਪਣੇ ਸੇਵਕ ਭੇਜ ਕੇ ਤੇ ਆਪ ਬੁਲਾਇਆ। ਕਈ ਆਪਣੇ ਆਪ ਆ ਗਏ ਨੇ, ਤੇ ਜਿਹੜੇ ਨਹੀਂ ਆਏ ਕਈ ਸਤਿਗੁਰੂ ਜੀ ਉਹਨਾਂ ਨੂੰ ਆਪ ਸੁਨੇਹਾ ਭੇਜ ਕੇ, ਸਦਾ ਭੇਜ ਕੇ ਬੁਲਾਉਂਦੇ ਹਨ ਜੀ। ਪੂਰਨ ਹੋਤ ਜਾਚਨਾ ਜਿਉ ਜਿਉ, ਸੁਣ ਸੁਣ ਜਸ ਆਵੇ ਸਭ ਤਿਉ ਤਿਉ। ਪਿਆਰਿਓ ਹੁਣ ਜਿਹੜਾ ਵੀ ਗੁਰ ਅਰਜੁਨ ਦੇਵ ਸਾਹਿਬ ਦਾ ਜਸ ਸੁਣਦਾ ਏ, ਉਹ ਚੱਲਿਆ ਆਉਂਦਾ, ਖਿੱਚਿਆ ਆਉਂਦਾ। ਜਦੋਂ ਦੂਸਰੇ ਤੋਂ ਸੁਣਦਾ ਕਿ ਮੈਂ ਉੱਥੇ ਸੇਵਾ ਕੀਤੀ ਹੈ, ਮੈਂ ਗੁਰੂ ਕੀ ਸਿੱਖਿਆ ਨੂੰ ਗ੍ਰਹਿਣ ਕਰਕੇ ਸਿੱਖੀ ਨੂੰ ਕਮਾ ਰਿਹਾ, ਮੇਰੀ ਆਹ ਭਾਵਨਾ ਪੂਰੀ ਹੋਈ ਏ, ਮੈਨੂੰ ਆਹ ਭਾਗ ਲੱਗੇ ਨੇ, ਗੁਰ ਅਰਜੁਨ ਦੇਵ ਜੀ ਨੇ ਆਹ ਕਿਰਪਾ ਕਰਕੇ ਮੈਨੂੰ ਨਿਵਾਜਿਆ। ਹੁਣ ਜਿਹੜਾ ਵੀ ਸੁਣਦਾ ਏ ਨਾ, ਇੰਨੀਆਂ ਰਹਿਮਤਾਂ, ਇਹ ਇਕੱਲਾ ਸੇਵਾ ਦਾ ਕੁੰਭ ਨਹੀਂ, ਸੇਵਾ ਦਾ ਕੁੰਭ ਤੇ ਲੱਗਾ ਹੀ ਹੋਇਆ ਜੀ।
ਇਹ ਤੇ ਉਹ ਸੇਵਾ ਦੇ ਬਹਾਨੇ ਇਹ ਤੇ ਬਰਕਤਾਂ ਮਿਲਦੀਆਂ ਪਈਆਂ ਨੇ। ਜਿਹੜਾ ਆਉਂਦਾ ਝੋਲੀਆਂ ਭਰ ਕੇ ਲੈ ਜਾਂਦਾ। ਹੁਣ ਜਿਹੜਾ ਸੇਵਾ ਕਰਨ ਆਇਆ, ਸੇਵਾ ਕੀਤੀ, ਬਰਕਤਾਂ ਮਿਲੀਆਂ, ਗੁਰੂ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ, ਜਦੋਂ ਜਾ ਕੇ ਦੱਸਦਾ ਕਿ ਆਹ ਮਿਹਰ ਹੋਈ, ਆਹ ਰਹਿਮਤ ਹੋਈ, ਆਹ ਕਿਰਪਾ ਹੋਈ, ਜਿਹੜਾ ਸੁਣਦਾ ਫਿਰ ਉਹ ਦੌੜਿਆ ਚਲਿਆ ਆਉਂਦਾ ਕਿ ਮੈਂ ਵੀ ਗੁਰੂ ਅਰਜੁਨ ਦੇਵ ਤੋਂ ਬਖਸ਼ੀਸਾਂ ਪ੍ਰਾਪਤ ਕਰ ਲਵਾਂ ਜੀ। ਦੋਹਰ ਫਫਰੇ ਗ੍ਰਾਮ ਵਿਖੇ ਬਸੈ, ਬਹਿਲੋ ਸ਼੍ਰੇਸ਼ਟ ਜਾਟ, ਖੂੰਡੀ ਕਰ ਮਹਿ ਧਾਰ ਕੈ, ਕਰੇ ਸ਼ੇਖ ਕੋ ਠਾਟ। ਹੁਣ ਫਿਰ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਕਈ ਤੇ ਸਿੱਖ ਆਪ ਆਏ ਤੇ ਕਈਆਂ ਨੂੰ ਸਤਿਗੁਰੂ ਜੀ ਨੇ ਆਪ ਬੁਲਾਇਆ। ਕਹਿੰਦੇ ਨੇ ਉਹਨਾਂ ਸਿੱਖਾਂ ਦੇ ਵਿੱਚੋਂ ਜਿੱਥੇ ਅਲੱਗ-ਅਲੱਗ ਪਿੰਡਾਂ, ਨਗਰਾਂ, ਸ਼ਹਿਰਾਂ, ਦੂਰੋਂ ਨੇੜਿਓਂ ਚੱਲ ਕੇ ਸਿੱਖ ਆਉਂਦੇ ਨੇ ਤੇ ਫਫਰੇ ਭਾਈ ਕੇ, ਇਹ ਪਿੰਡ ਹੈ ਜੀ ਫਫੜੇ ਭਾਈ ਕੇ, ਫਫਰੇ ਗ੍ਰਾਮ ਵਿਖੇ ਬਸੈ। ਇਹ ਫਫਰੇ ਭਾਈ ਕੇ ਗ੍ਰਾਮ ਦੇ ਵਿੱਚ ਇੱਕ ਰਹਿੰਦਾ ਇਨਸਾਨ, ਬਹਿਲੋ ਸ੍ਰੇਸ਼ਟ ਜਾਟ, ਇਹਦਾ ਨਾਂ ਹੈ ਭਾਈ ਬਹਿਲੋ ਜੀ। ਭਾਈ ਬਹਿਲੋ, ਜੇ ਮੈਂ ਸਿੱਖ ਤਾਂ ਨਹੀਂ ਕਿਹਾ ਕਿਉਂਕਿ ਅਜੇ ਸਿੱਖ ਨਹੀਂ ਬਣਿਆ, ਹੁਣ ਗੁਰੂ ਚਰਨਾਂ ਚ ਆਏਗਾ ਸਿੱਖ ਬਣੇਗਾ। ਅਜੇ ਸਖੀ ਸਰਵਰ ਦਾ ਪੁਜਾਰੀ ਹੈ, ਅਜੇ ਕਬਰਾਂ ਤੇ ਦੀਵੇ ਬਾਲਣ ਵਾਲਾ ਏ, ਅਜੇ ਸਿੱਖ ਨਹੀਂ। ਇਹ ਹੁਣ ਰਹਿੰਦਾ ਹੈ ਫਫਰੇ ਭਾਈ ਕੇ ਨਗਰ ਦੇ ਵਿੱਚ ਤੇ ਜ਼ਿਮੀਂਦਾਰਾ ਕਰਦਾ ਹੈ ਜੀ। ਖੂੰਡੀ ਕਰ ਮਹਿ ਧਾਰ ਕੈ, ਕਰੇ ਸ਼ੇਖ ਕੋ ਠਾਟ। ਤੇ ਪਿਆਰਿਓ ਹੱਥ ਵਿੱਚ ਇਹਨੇ ਖੂੰਡੀ ਫੜੀ ਹੁੰਦੀ ਹੈ, ਐ ਬੜੇ ਠਾਠ ਬਾਠ ਨਾਲ ਰਹਿੰਦਾ। ਸਖੀ ਸਰਵਰ ਦੀ ਪੂਜਾ ਕਰਦਾ ਜੀ, ਉਹਦਾ ਇਹ ਪੁਜਾਰੀ ਹੈ, ਉਹਨੂੰ ਇਹ ਮੰਨਣ ਵਾਲਾ ਹੈ ਜੀ। ਬਹੁਤੇ ਮਨੁੱਖ ਸੰਗ ਲਗਾਏ, ਪਰ ਸਹਿ ਜਾਏ ਨਿਗਾਹੇ ਥਾਏ। ਫਿਰ ਇਹ ਇਕੱਲਾ ਆਪ ਹੀ ਨਹੀਂ, ਇਹ ਹੋਰ ਵੀ ਕਈਆਂ ਨੂੰ ਨਾਲ ਲੈ ਕੇ ਜਾਂਦਾ ਹੈ। ਪੂਰਾ ਸੰਗ, ਆਪਣਾ ਸਾਥ, ਪੂਰਾ ਇਹ ਜਥਾ ਤਿਆਰ ਕਰਕੇ ਤੇ ਨਿਗਾਹੇ ਵਾਲੇ ਨੂੰ ਜਾ ਕੇ ਮੰਨਦਾ ਹੈ। ਉਹਦੇ ਥਾਂ ਤੇ ਜਾ ਕੇ ਦੀਵੇ ਬਾਲਦਾ, ਝਾੜੂ ਚੜਾਉਂਦਾ, ਲੂਣ ਚੜਾਉਂਦਾ, ਮੱਥੇ ਟੇਕਦਾ, ਉੱਥੇ ਜਾ ਕੇ ਨੱਕ ਰਗੜਦਾ ਹੈ। ਆਪ ਤੇ ਜਾਂਦਾ ਹੈ, ਕਈਆਂ ਹੋਰਾਂ ਨੂੰ ਵੀ ਲੈ ਕੇ ਜਾਂਦਾ ਹੈ ਜੀ। ਸਰਵਰ ਕੋ ਮਰੀਦ ਨਿਤ ਰਹੈ, ਸੋ ਤਾਨੀ ਤਿਸ ਕੋ ਸਭ ਕਹੈ। ਸਖੀ ਸਰਵਰ ਦਾ ਇਹ ਮਰੀਦ ਹੈ ਤੇ ਸਾਰੇ ਇਹਨੂੰ ਸੁਲਤਾਨੀ ਕਹਿੰਦੇ ਨੇ। ਆਗੂ ਬਣਿਆ ਸਾਰਿਆਂ ਦਾ ਜੀ, ਉੱਥੇ ਆਪਣੇ ਇਲਾਕੇ ਦਾ ਜਹੇਦਾਰ ਬਣਿਆ ਬੈਠਾ ਹੈ। ਸਾਰਿਆਂ ਨੂੰ ਨਾਲ ਲੈ ਕੇ ਫਿਰ ਨਿਗਾਹੇ ਵਾਲੇ ਦੇ ਕੋਲ ਜਾਂਦਾ ਹੈ। ਸਾਰੇ ਇਹਨੂੰ ਸੁਲਤਾਨੀ ਕਹਿੰਦੇ ਨੇ। ਧੰਨ ਗੁਰ ਅਰਜੁਨ ਦੇਵ ਮਹਾਰਾਜ ਫਿਰ ਇਹਦੇ ਉੱਤੇ ਕਿਵੇਂ ਕਿਰਪਾ ਕਰਦੇ ਨੇ, ਇਹ ਗੁਰੂ ਚਰਨਾਂ 'ਚ ਕਿਵੇਂ ਚੱਲ ਕੇ ਆਉਂਦਾ, ਕਿਵੇਂ ਗੁਰੂ ਕੀ ਸਿੱਖੀ ਨੂੰ ਗ੍ਰਹਿਣ ਕਰਦਾ, ਕਿਵੇਂ ਸੇਵਾ ਕਰਕੇ ਸਤਿਗੁਰਾਂ ਦੀਆਂ ਰਹਿਮਤਾਂ ਪ੍ਰਾਪਤ ਕਰਦਾ, ਇਹ ਵਿਚਾਰ ਆਪ ਜੀ ਨੇ ਆਉਣ ਵਾਲੇ ਦੀਵਾਨਾਂ ਅੰਦਰ ਸਰਵਣ ਕਰਨੀ ਜੀ। ਇਹਨੀ ਸੇਵਾ ਪ੍ਰਵਾਨ ਕਰਨੀ। ਆਖਰੀ ਸਤਰਾਂ ਦਾ ਪਾਠ ਸਰਵਣ ਕਰੋ ਜੀ। ਸਰਵਰ ਕੋ ਮਰੀਦ ਨਿਤ ਰਹੈ, ਸੋ ਤਾਨੀ ਤਿਸ ਕੋ ਸਭ ਕਹੈ। ਹੋਈਆਂ ਭੁੱਲਾਂ ਮਾਫ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।